गुरु नानक पद पंकज बंदन पद पंकज बंदन समरो अंगद दुख गुर अमर दास नित त्यावो हृदय नित त्यावो श्री गुरु रामदास गुण गुरु अर्जन बेघनन के नासक बेघनन के नासक हर गोबिंद शुभ मत पर लासक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला जी परम कृपाला श्री गुरु गोबिंद सिंह बिसाला करो तरा पर पुन पुन सीसा जी पुन पुन सीसा बंदों बार बार जगदीसा कंकार सतगुरु तेह प्रसाद सच होए वाहे गुरु जी की फतेह है बेगन बिनासन सोए जम है अमृत ज्ञान है मानक भगत राग गुरु ग्रंथ साहिब उदद बंदों कर अनुराग जजन भजन मम खालसा खालसा पूज बेजोग दास गोबिंद फतेह खालसा दरस परस मिट सोग कुछ रह शास्त्र खट पिंग गिरन चढ़ जाए अंध लख बदरो सुना जो काल कृपा कराए कहाँ बुद्ध प्रभ तुच्छ हमारी वर्ण सक महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी चौपाई प्रभ की प्रभता पिकी विशाला पर्यो चरण पर तर कर पाला अपनो मत चलायो जबे पंथ आपको बिगड़े तबे। वाहिगुरु जी का खालसा वाहिगुरु जी की फतेह। जोगो जोगा टल शब्द गुरु श्री गुरु ग्रंथ साहिब जी महाराज जी दे पावन पवित्र हजूरी च नतमस्तक हो बैठे गुरु की साजी और नवाजी हुई
ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਕੇ ਲੇਖੇ ਲਾ ਕੇ ਸਫਲਾ ਕਰਦੇ ਹੋ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਦੇ ਪਾਵਨ ਬਚਨਾਂ ਤੇ ਪਹਿਰਾ ਦੇ ਰਹੇ ਹੋ। ਰਹਿਤਨਾਮਿਆਂ ਦੇ ਬਚਨ ਨੇ ਗੁਰਸਿੱਖ 2 ਵਕਤ ਗੁਰੂ ਕੀ ਸੰਗਤ ਕਰੇ। ਗੁਰਬਾਣੀ ਦੀ ਕਥਾ ਸੁਣੇ, ਕੀਰਤਨ ਸੁਣੇ ਔਰ ਆਪਣੇ ਸਵਾਸਾਂ ਨੂੰ ਗੁਰੂ ਕੇ ਲੇਖੇ ਲਾ ਕੇ ਸਫਲਾ ਕਰੇ। ਕਲਗੀਧਰ ਜੀ ਦੇ ਪਾਵਨ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਬਾਬਾ ਬੰਦਾ ਸਿੰਘ ਬਹਾਦਰ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆਪਣੇ ਪੱਥੇ ਚੋਂ 5 ਤੀਰ ਬਖਸ਼ੇ ਹਨ। ਆਖਿਆ ਜਾਓ ਬੰਦਾ ਸਿੰਘ ਜੀ, ਜਿੱਥੇ ਜਿੱਥੇ ਜਰਵਾਣੇ ਮਿਲਣ ਉਹਨਾਂ ਜਰਵਾਣਿਆਂ ਦਾ ਜਾ ਕੇ ਸੌਦਾ ਲਾਓ। ਪਹਿਲਾਂ ਸਡੋਰੇ ਵਿੱਚ ਜਾ ਕੇ ਸਾਡੇ ਮੁਰੀਦ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਨ ਵਾਲੇ ਪਾਪੀ ਮਲੇਛ ਦਾ ਨਾਸ਼ ਕਰੋ ਔਰ ਸੂਬੇ ਸਰਹੰਦ ਨੂੰ ਜਾ ਕੇ ਸੌਦਾ ਲਾਓ। ਸਤਿਗੁਰੂ ਜੀ ਦੇ ਜਦੋਂ ਬਚਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੁਣੇ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਇਕੱਲਾ ਲੱਖਾਂ ਦੁਸ਼ਮਣਾਂ ਦੇ ਨਾਲ ਜਾ ਕੇ ਕਿਵੇਂ ਮੁਕਾਬਲਾ ਕਰਾਂਗਾ। ਸਤਿਗੁਰਾਂ ਬਚਨ ਕੀਤਾ, ਬੰਦਾ ਸਿੰਘ ਜੀ ਅਸੀਂ ਹੁਕਮਨਾਮੇ ਭੇਜ ਕੇ ਪੰਜਾਬ ਦੇ ਸਾਰੇ ਸਿੱਖਾਂ ਨੂੰ ਕਹਾਂਗੇ ਤੁਹਾਡੀ ਮਦਦ ਲਈ ਆਉਣਗੇ। ਜਿੱਥੇ ਖਾਲਸਾ ਤੁਹਾਡੀ ਸਹਾਇਤਾ ਲਈ ਆਵੇਗਾ ਉੱਥੇ ਅਜਗੈਬੀ ਸ਼ਹੀਦੀ ਫੌਜਾਂ ਤੁਹਾਡੇ ਨਾਲ ਨੇ। ਨੇਤਰ ਬੰਦ ਕਰਕੇ ਵੇਖੋ। ਬਾਬਾ ਜੀ ਨੇ ਗੁਰਦੇਵ ਦਾ ਬਚਨ ਮੰਨ ਕੇ ਜਦੋਂ ਨੇਤਰ ਮੁੰਦੇ ਕੀ ਵੇਖਦੇ ਨੇ, ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਸ਼ਹੀਦੀ ਫੌਜਾਂ ਸ਼ਸਤਰਧਾਰੀ ਹੋ ਕੇ ਗੁਰਦੇਵ ਦੇ ਹੁਕਮ ਦੀ ਪਾਲਣਾ ਕਰ ਰਹੀਆਂ ਹਨ। ਮਹਾਰਾਜ ਜੀ ਨੇ ਆਖਿਆ, ਬੰਦਾ ਸਿੰਘ ਜਿਹੜੇ 5 ਤੀਰ ਅਸਾਂ ਤੈਨੂੰ ਬਖਸ਼ੇ ਨੇ ਨਾ, 5 ਤੀਰਾਂ ਦੇ ਨਾਲ ਇਹ ਸਾਰੀ ਫੌਜ ਹੈ। ਤਿਆਰ ਬਰ ਤਿਆਰ ਰਹਿਣਾ, ਰਹਿਣੀ ਬਹਿਣੀ 'ਚ ਪੱਕਿਆਂ ਰਹਿਣਾ, ਰਹਿਤ ਮਰਿਆਦਾ ਵਿੱਚ ਢਿੱਲ ਨਹੀਂ ਰੱਖਣੀ। ਇਹ ਹਦਾਇਤਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੀਤੀਆਂ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਚਕਾਰ ਜੋ ਵਾਰਤਾਲਾਪ ਹੋ ਰਹੀ ਹੈ, ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਸਿੱਖਿਅਤ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ। ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪ੍ਰਭ ਕੀ ਪ੍ਰਭਤਾ ਪਿਕੀ ਬਿਸਾਲਾ। ਜਦੋਂ ਸਤਿਗੁਰੂ ਜੀ ਦੀ, ਪ੍ਰਭੂ ਜੀ ਦੀ ਪ੍ਰਭਤਾ, ਮਹਾਰਾਜ ਜੀ ਦੀ ਵਡਿਆਈ, ਸਤਿਗੁਰਾਂ ਦਾ ਪ੍ਰਤਾਪ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੇਖਿਆ, ਪਰਿਓ ਚਰਨ ਪਰ ਧਰ ਕਰ ਭਾਲਾ। ਸਤਿਗੁਰਾਂ ਦੇ ਚਰਨਾਂ ਤੇ ਬੜੇ ਅਦਬ ਨਾਲ ਬਾਬਾ ਬੰਦਾ ਸਿੰਘ ਜੀ ਨੇ ਸੀਸ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਕਲਗੀਧਰ ਜੀ ਦੇ ਚਰਨਾਂ ਵਿੱਚ। ਜਦੋਂ ਸ਼ਹੀਦੀ ਫੌਜਾਂ ਦੇ ਦਰਸ਼ਨ ਕੀਤੇ, ਸਤਿਗੁਰਾਂ ਦੀ ਪ੍ਰਭਤਾ ਵੇਖੀ ਤੇ ਸੀਸ ਮਹਾਰਾਜ ਜੀ ਦੇ ਚਰਨਾਂ 'ਚ ਝੁਕਾਇਆ। ਆਪਣੋ ਮਤ ਚਲਾਏ ਹੋ ਜਬੇ। ਨਾਲ ਕਿਹਾ, ਮਹਾਰਾਜ ਜਦੋਂ ਮੈਂ ਆਪਣਾ ਮਤ ਚਲਾਵਾਂਗਾ ਪੰਥ ਆਪ ਕੋ ਬਿਗੜੈ ਤਬੇ। ਉਸ ਵਕਤ ਆਪ ਜੀ ਦਾ ਪੰਥ ਮੇਰੇ ਤੋਂ ਵਿਗੜ ਜਾਵੇਗਾ। ਕੌਣ ਜੁਗਤ ਮੈਂ ਰਹੂੰ ਬਤਾਵੋ। ਕਿਰਪਾ ਕਰੋ ਮਹਾਰਾਜ, ਮੈਂ ਕਿਸ ਜੁਗਤੀ ਦੇ ਨਾਲ ਖਾਲਸੇ ਪੰਥ ਦੇ ਵਿੱਚ ਮਿਲਿਆ ਰਹਾ, ਪੰਥ ਦੇ ਨਾਲ ਮੇਰੀ ਸਾਂਝ ਬਣੀ ਰਹੇ। ਮਿਲਨ ਖਾਲਸਾ ਜਿਮ ਫਰਮਾਵੋ। ਜਿਵੇਂ ਮੈਂ ਖਾਲਸੇ ਨਾਲ ਮਿਲ ਕੇ ਰਹਾ, ਖਾਲਸਾ ਮੇਰੇ ਨਾਲ ਮਿਲੇ,
ਉਹਦੇ ਬਾਰੇ ਆਪ ਜੀ ਕਿਰਪਾ ਕਰਕੇ ਦੱਸੋ। ਸ਼੍ਰੀ ਗੁਰ ਉਚਰਿਓ ਪੰਥੇ ਹਮਾਰਾ। ਸਤਿਗੁਰੂ ਜੀ ਕਹਿਣ ਲੱਗੇ, ਬੰਦਾ ਸਿੰਘ ਜੀ ਇਹ ਸਾਡਾ ਪੰਥ ਹੈ, ਖਾਲਸਾ ਪੰਥ। ਕਿਸ ਪ੍ਰਕਾਰ ਨੇ ਬਿਗੜਨ ਹਾਰਾ। ਇਹ ਕਿਸੇ ਵੀ ਪ੍ਰਕਾਰ ਨਾਲ ਤੁਹਾਡੇ ਨਾਲ ਨਹੀਂ ਵਿਗੜੇਗਾ। ਜੋ ਤੁਧ ਸਾਥ ਖਾਲਸਾ ਖਾਲਸ। ਜਿਹੜਾ ਤੁਹਾਡੇ ਨਾਲ ਅਸੀਂ ਆਪਣਾ ਖਾਲਸਾ, ਖਾਸ ਖਾਲਸਾ ਭੇਜ ਰਹੇ ਹਾਂ। ਬਖਸ਼ੀ ਖੁਸ਼ੀ ਹਮੋਏ ਲਾਲਸ। ਤੇਰੇ ਨਾਲ ਖਾਲਸਾ ਮਿੱਤਰ ਹੋਏਗਾ ਤਦ ਅਸੀਂ ਖੁਸ਼ੀ ਬਖਸ਼ੀ ਹੈ ਕਿ ਤੇਰੀਆਂ ਲਾਲਸਾਂ ਪੂਰਨ ਹੋਣਗੀਆਂ। ਆਪਾ ਜਬੇ ਤੋਏ ਨੈ ਹੁਆ। ਜਦੋਂ ਤੱਕ ਤੇਰੇ ਅੰਦਰ ਆਪਾ ਭਾਵ ਨਹੀਂ ਹੋਵੇਗਾ, ਯਾਨੀ ਕਿ ਤੂੰ ਨਿਮਰਤਾ ਸਹਿਤ ਪੰਥ ਅੱਗੇ ਰਹੇਗਾ, ਖਾਲਸੇ ਅੱਗੇ ਰਹੇਗਾ। ਜਗ ਮੈਂ ਤੋਏ ਸਮਾਨ ਨ ਦੂਆ। ਬੰਦਾ ਸਿੰਘ ਜੀ ਇਸ ਜਗਤ ਵਿੱਚ ਤੁਹਾਡੇ ਸਮਾਨ ਕੋਈ ਦੂਸਰਾ ਨਹੀਂ ਹੋਵੇਗਾ। ਜੇ ਲੰਗੋਟ ਬੰਦ ਨਹਿ ਰਹੇ। ਪਰ ਜੇ ਤੁਸੀਂ ਜਤ ਸਤ ਵਿੱਚ ਕਾਇਮ ਨਾ ਰਹੋਗੇ, ਸਿੰਘਨ ਸੰਗ ਦ્વੈਸ਼ਤਾ ਲਏ। ਫਿਰ ਸਿੰਘਾਂ ਨਾਲ ਤੁਹਾਡੀ ਦ્વੈਸ਼ ਬਣ ਜਾਏਗੀ। ਜਿਮ ਕੰਚਨ ਬਹੁ ਪਰੇ ਕੁਠਾਲੀ। ਜਿਵੇਂ ਸੋਨਾ ਕੁਠਾਲੀ ਵਿੱਚ ਪੈਂਦਾ ਤੇ ਗਲ ਜਾਂਦਾ ਹੈ। ਗਲੇ ਅਗਨ ਤੇ ਤਾਉ ਉਤਾਲੀ। ਜਦੋਂ ਤਾ ਲੱਗਦਾ ਤੇ ਫਿਰ ਉਹ ਕੁਠਾਲੀ 'ਚ ਪਿਆ ਹੋਇਆ ਸੋਨਾ ਗਲ ਜਾਂਦਾ, ਸ਼ੁੱਧ ਹੋ ਜਾਂਦਾ ਹੈ। ਤਥਾ ਦਸ਼ਾ ਤੇਰੀ ਹੋਏ ਜੈ ਹੈ। ਬੰਦਾ ਸਿੰਘ ਜੇਕਰ ਤੁਸੀਂ ਵੀ ਖਾਲਸੇ ਪੰਥ ਅੱਗੇ ਆਪਣਾ ਆਪਾ ਜਣਾਓਗੇ, ਉਹ ਦਸ਼ਾ ਤੁਹਾਡੀ ਵੀ ਹੋਵੇਗੀ। ਪ੍ਰਭਤਾ ਪਾਏ ਜਬੇ ਗਰਭ ਹੈ। ਆਮ ਕਰਕੇ ਸੰਸਾਰ ਵਿੱਚ ਜਦੋਂ ਕਿਸੇ ਨੂੰ ਪ੍ਰਭਤਾ ਮਿਲਦੀ ਹੈ ਤਾਂ ਉਹ ਹੰਕਾਰ ਵਿੱਚ ਆ ਜਾਂਦਾ ਹੈ। ਤੁਲਸੀ ਐਸਾ ਕੋਈ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਇਸ ਕਰਕੇ ਜੇ ਪ੍ਰਭਤਾ ਨੂੰ ਪ੍ਰਾਪਤ ਕਰਕੇ ਤੁਸੀਂ ਹੰਕਾਰ ਵਿੱਚ ਆਓਗੇ ਤਾਂ ਪੰਥ, ਖਾਲਸਾ ਪੰਥ ਤੁਹਾਡਾ ਫਿਰ ਵਿਰੋਧ ਵੀ ਕਰੇਗਾ। ਇਹ ਬਚਨ ਸੱਚ ਵੀ ਹੋਏ। ਜਦੋਂ ਬੰਦਈ ਖਾਲਸਾ ਤੇ ਤਤ ਖਾਲਸਾ ਦੋ ਹਿੱਸਿਆਂ ਦੇ ਵਿੱਚ ਪੰਥ ਵੰਡਿਆ ਗਿਆ। ਦੋਏ ਸਾਹਿਬਜ਼ਾਦੇ ਬਲਵੰਤੇ। ਮਹਾਰਾਜ ਜੀ ਨੇ ਵੀ ਬਚਨ ਕੀਤਾ ਕਿ ਗੁਰੂ ਕੁਲ ਦੇ ਵਿੱਚੋਂ, ਤ੍ਰੇਣ ਤੇ ਭੱਲਿਆਂ ਵਿੱਚੋਂ ਗੁਰੂ ਅੰਗਦ, ਗੁਰੂ ਅਮਰਦਾਸ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਦੋ ਸਾਹਿਬਜ਼ਾਦੇ ਹਨ। ਇੱਕ ਤੇਹਣ ਭੱਲਾ ਬੁੱਧਵੰਤੇ। ਇੱਕ ਤ੍ਰੇਹਣ ਕੁਲ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਦੀ ਅੰਸ਼ ਵਿੱਚੋਂ ਹਨ, ਦੂਸਰੇ ਭੱਲਿਆਂ ਦੀ ਕੁਲ ਦੇ ਵਿੱਚੋਂ ਹਨ। ਹਾਂਜੀ, ਤੇਰੇ ਸੰਗ ਕਰੇ ਰਖਵਾਰੇ। ਅਸੀਂ ਉਹਨਾਂ ਨੂੰ ਤੁਹਾਡੇ ਨਾਲ ਭੇਜਾਂਗੇ, ਉਹ ਤੁਹਾਡੇ ਰਖਵਾਲੇ ਹੋ ਕੇ ਤੁਹਾਡੇ ਨਾਲ ਜਾਣਗੇ, ਜਿਨ੍ਹਾਂ ਦੇ ਨਾਮ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਜੀ ਹਨ। ਜੈ ਤੈ ਰਚਿਆ ਕਰੇ ਉਦਾਰੇ। ਉਹ ਜਾ ਕੇ ਜਿੱਥੇ ਕਿੱਥੇ ਤੁਹਾਡੀ ਰੱਖਿਆ ਕਰਨਗੇ। ਬਾਬਾ ਵਿਨੋਦ ਸਿੰਘ ਜੀ ਗੁਰੂ ਅੰਗਦ ਸਾਹਿਬ ਦੀ ਅੰਸ਼ ਬੰਸ ਵਿੱਚੋਂ ਸਨ। ਬਾਬਾ ਕਾਹਨ ਸਿੰਘ ਜੀ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਅੰਸ਼ ਬੰਸ ਵਿੱਚੋਂ ਹਨ। ਉਪਜੈ ਉਰ ਵਿਕਾਰ ਬਰਜੇ ਹੈ। ਜੇ ਕਿਤੇ ਤੁਹਾਡੇ ਵਿੱਚ ਕੋਈ ਕਮੀ ਆਵੇਗੀ ਤਾਂ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਜੀ ਤੁਹਾਡਾ ਮਾਰਗਦਰਸ਼ਨ ਕਰਨਗੇ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੁਖੀ ਸਿੱਖ ਨੇ। ਗੁਰੂ ਨਾਨਕ ਦੇ ਘਰ ਦੀ ਮਰਿਆਦਾ, ਪੰਥ ਦੀ ਮਰਿਆਦਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤੁਹਾਡੀ ਨਵੀਂ ਭਰਤੀ ਹੋ ਰਹੀ ਹੈ ਪੰਥ ਵਿੱਚ, ਇਸ ਕਰਕੇ ਬਹੁਤ ਸਾਰੀਆਂ ਪੰਥ ਦੀਆਂ ਮਰਿਆਦਾਵਾਂ ਜਿਹੜੀਆਂ ਨੇ ਉਹ ਤੁਸੀਂ ਆਉਣ ਵਾਲੇ ਸਮੇਂ 'ਚ ਸਿੱਖਣੀਆਂ ਨੇ। ਜਦੋਂ ਕਿਤੇ ਤੁਹਾਡੇ 'ਚ ਕੋਈ ਕਮੀ ਹੋਵੇਗੀ ਤਾਂ ਇਹ ਤੁਹਾਡੀ ਅਗਵਾਈ ਕਰਨਗੇ ਸਿੰਘ, ਜਿਹੜੇ ਪੰਜ ਸਿੰਘ ਮਹਾਰਾਜ ਜੀ ਨੇ ਭੇਜੇ ਸਨ ਨਾਲ, ਕਿ ਪੰਜ ਸਿੰਘ ਤੁਹਾਡੇ ਨਾਲ ਤੁਹਾਡੀ ਅਗਵਾਈ ਕਰਨਗੇ। ਰਣ ਮੈਂ ਸ਼ਤੁਰਨ ਤੇ ਰੱਖ ਲੈ ਹੈ। ਜੰਗ ਦੇ ਮੈਦਾਨ ਵਿੱਚ ਵੀ ਇਹ ਤੁਹਾਡੇ ਨਾਲ ਹੋ ਕੇ, ਮੂਹਰੇ ਹੋ ਕੇ ਲੜਨਗੇ, ਤੁਹਾਡੀ ਰੱਖਿਆ ਕਰਨਗੇ। ਸਾਵਧਾਨ ਹੋਵੋ ਤਰ ਧੀਰਾ। ਤੁਸੀਂ ਸਾਵਧਾਨ ਹੋ ਕੇ ਧੀਰਜ ਦੇ ਨਾਲ, ਠਰਮੇ ਦੇ ਨਾਲ ਰਹਿਣਾ ਹੈ ਬੰਦਾ ਸਿੰਘ ਜੀ। ਲੇਹੋ ਪਲਟਾ ਸਾਂਭੋ ਪੰਜ ਤੀਰਾ। ਸਾਡੇ ਬਖਸ਼ੇ ਹੋਏ ਪੰਜ ਤੀਰ ਤੁਸੀਂ ਸਾਂਭ ਲਵੋ ਔਰ ਜਾ ਕੇ ਮਲੇਛਾਂ ਤੇ ਜਰਵਾਣਿਆਂ ਨੂੰ ਸੋਧਾ ਲਾਓ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੀ ਬਦਲਾ ਲਵੋ। ਬਾਬਾ ਇਹ ਵਿਨੋਦ ਸਿੰਘ ਭਾਰੀ। ਇਹ ਬਾਬਾ ਵਿਨੋਦ ਸਿੰਘ ਜੀ ਹਨ। ਇਹਨਾਂ ਨੂੰ ਅਸੀਂ ਬਾਬਾ ਵਿਨੋਦ ਸਿੰਘ ਤੇ ਪੰਜ ਸਿੰਘਾਂ ਨੂੰ ਜਥੇਦਾਰੀ ਦੇ ਕੇ ਤੁਹਾਡੇ ਨਾਲ ਭੇਜਣ ਲੱਗੇ ਹਾਂ। ਤੁਸੀਂ ਵੀ ਨਾਲ ਜਰਨੈਲ ਹੋ, ਬਖਸ਼ੀ ਬਣਾ ਕੇ। ਬਖਸ਼ੀ ਦਾ ਮਤਲਬ ਹੁੰਦਾ ਜਰਨੈਲ। ਤੁਸੀਂ ਖਾਲਸੇ ਪੰਥ ਦੀ ਫੌਜ ਦੇ ਵਿੱਚ ਜਰਨੈਲੀ ਲੈ ਕੇ ਤੁਹਾਨੂੰ ਅਸੀਂ ਦੇ ਕੇ ਭੇਜਣ ਲੱਗੇ ਆ।
ਪਰ ਮੁਖੀ ਪੰਚ ਜਿਹੜੇ ਨੇ ਇਹੀ ਰਹਿਣਗੇ ਖਾਲਸੇ ਪੰਥ ਵਿੱਚ। ਉਹਨਾਂ ਪੰਜਾਂ ਵਿੱਚੋਂ ਜਿਹੜੇ ਮੁਖੀ ਨੇ ਉਹ ਬਾਬਾ ਵਿਨੋਦ ਸਿੰਘ ਜੀ ਹਨ। ਤਿੰਨ ਸੁਤ ਕਾਨ ਸਿੰਘ ਬਲ ਧਾਰੀ, ਅੱਗੋਂ ਉਹਨਾਂ ਦੇ ਪੁੱਤਰ ਕਾਨ ਸਿੰਘ ਜੀ ਬੱਲੀ ਦੇ, ਉਹ ਵੀ ਨਾਲ ਜਾਣਗੇ। ਬਾਜ ਸਿੰਘ ਤੀਸਰੋਏ ਸੰਗ, ਤੀਸਰੇ ਭਾਈ ਬਾਜ ਸਿੰਘ ਜੀ ਜਾਣਗੇ। ਭਾਈ ਸਾਹਿਬ ਨੇ ਤਿੰਨ ਸਿੰਘਾਂ ਬਾਰੇ ਇੱਥੇ ਲਿਖਿਆ, ਦੋ ਸਿੰਘ ਇੱਥੇ ਪੰਜਾਬ ਚ ਆ ਕੇ ਰਲੇ ਨੇ, ਪਰ ਕੁਝ ਵਿਦਵਾਨਾਂ ਨੇ ਪੰਜ ਸਿੰਘਾਂ ਦਾ ਜ਼ਿਕਰ ਕੀਤਾ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੇ ਪੰਜ ਸਿੰਘ ਭਾਈ ਮੀਰ ਸਿੰਘ ਹੋਣੀ ਵੀ ਨਾਲ ਭੇਜੇ ਸਨ, ਬਾਜ ਸਿੰਘ ਹੋਣੀ ਤੇ ਇਹ ਭੇਜੇ ਹਨ। ਹਮ ਕਰਤੇ ਅੰਮ੍ਰਿਤ ਲੈ ਅੰਗ, ਮਹਾਰਾਜ ਜੀ ਨੇ ਆਖਿਆ ਇਹਨਾਂ ਸਿੰਘਾਂ ਨੇ, ਬਾਬਾ ਵਿਨੋਦ ਸਿੰਘ ਹੋਣਾ ਨੇ ਸਾਡੇ ਕੋਲੋਂ ਅੰਮ੍ਰਿਤ ਛਕਿਆ ਹੈ, ਇਹਨਾਂ ਨੇ ਸਾਡੇ ਕੋਲੋਂ ਖੰਡੇ ਦੀ ਪੌਲ ਛਕੀ ਹੈ ਤੇ ਸਾਡੇ ਹੱਥੋਂ ਅੰਮ੍ਰਿਤ ਲੈ ਕੇ ਇਹਨਾਂ ਨੇ ਅੰਗੀਕਾਰ ਕੀਤਾ ਹੈ। ਹਿਰਦੇ ਸ਼ੁੱਧ ਕਾਲੇ ਕਮਸਾਨਾ, ਇਹ ਸ਼ੁੱਧ ਹਿਰਦਿਆਂ ਵਾਲੇ ਨੇ, ਤੁਹਾਡੇ ਨਾਲ ਹੋ ਕੇ ਰਣ ਭੂਮੀ ਵਿੱਚ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਦੇ ਨਾਲ ਇਹ ਵੀ ਘਮਾਸਾਨ ਜੰਗ ਲੜਨਗੇ। ਤੁਮ ਸਹਾਇਤਾ ਕਰੇ ਮਹਾਨਾ, ਇਹ ਤੁਹਾਡੀ ਸਹਾਇਤਾ ਕਰਨਗੇ, ਤੁਹਾਡੀ ਮਦਦ ਕਰਨਗੇ, ਤੁਹਾਡੇ ਨਾਲ ਰਹਿਣਗੇ ਤੇ ਅਗਵਾਈ ਵੀ ਕਰਨਗੇ। ਸੁਨ ਬੰਦਾ ਮਨ ਪਇਓ ਆਨੰਦ, ਬਾਬਾ ਬੰਦਾ ਸਿੰਘ ਜੀ ਨੇ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਬੜੇ ਆਨੰਦਿਤ ਹੋਏ। ਬੰਦੈ ਪਗ ਪੰਕਜ ਕਰ ਬੰਦ, ਔਰ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਬਾਦ ਸਤਕਾਰ ਨਾਲ ਬੰਦਨਾ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਰਨੈਲੀ ਦਿੱਤੀ ਹੈ, ਨਿਸ਼ਾਨ ਤੇ ਨਗਾਰਾ ਔਰ ਪੰਥ ਦੀ ਜਥੇਦਾਰੀ ਦਾ ਖਿਤਾਬ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਮਹਾਰਾਜ ਜੀ ਨੇ ਦਿੱਤਾ ਹੈ। ਜਿੱਥੋਂ ਅੱਗੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਸਥਾਪਨਾ ਹੁੰਦੀ ਹੈ, ਜੋ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਸਨ ਕਿ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਨਾਂ ਤੇ ਪੰਥ ਚੱਲੇਗਾ। ਜਥੇਦਾਰ ਨਵਾਬ ਕਪੂਰ ਸਿੰਘ ਹੋਣਾ ਨੇ ਜਦੋਂ ਪੰਥ ਦੀ ਵੰਡ ਕੀਤੀ, ਤਰਨੇ ਦਲ ਤੇ ਬੁੱਢੇ ਦਲ ਦੀ ਸਥਾਪਨਾ ਕੀਤੀ ਸੀ, ਉਸ ਤੋਂ ਪਹਿਲਾਂ ਪੰਥ ਦੀ ਜਿਹੜੀ ਜਥੇਦਾਰੀ ਸੀ ਗੁਰੂ ਕਲਗੀਧਰ ਜੀ ਨੇ ਨਿਸ਼ਾਨ ਨਗਾਰੇ ਦੇ ਕੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਨਾਲ ਭੇਜਿਆ ਸੀ। ਦੂਸਰੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਨੇ ਪੰਥ ਦੀ ਜਥੇਦਾਰੀ ਸੰਭਾਲੀ ਔਰ ਤੀਸਰੀ ਜਥੇਦਾਰੀ ਤੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਆਣ ਕਰਕੇ ਬਿਰਾਜਮਾਨ ਹੋਏ। ਜਥੇਦਾਰ ਨਵਾਬ ਕਪੂਰ ਸਿੰਘ ਤੋਂ ਬਾਅਦ ਸੁਲਤਾਨੇ ਉਲ ਕੌਮ ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਪੰਥ ਦੀ ਚੌਥੀ ਕਮਾਂਡ, ਚੌਥੇ ਜਥੇਦਾਰ ਉਹ। ਫਿਰ ਪੰਜਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਨੈਣਾ ਸਿੰਘ ਜੀ ਤੇ 6ਵੇਂ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ, ਨਿਹੰਗ ਸਿੰਘ ਜੀ। ਤੋ ਇਸ ਪ੍ਰਕਾਰ ਨਾਲ 7ਵੇਂ ਫਿਰ ਅੱਗੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ, ਜਿਨ੍ਹਾਂ ਨੇ ਵੈਰੀ ਦੀ ਅੰਗਰੇਜ਼ ਦੀ ਫੌਜ ਦੇ ਨਾਲ ਸਭ ਤੋਂ ਪਹਿਲਾਂ ਆਪਣੀ ਆਵਾਜ਼ ਬੁਲੰਦ ਕਰਕੇ ਉਹਨਾਂ ਨਾਲ ਜੰਗ ਲੜੇ ਔਰ ਸੁਹਾਣੇ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ, ਜਥੇਦਾਰ ਬਾਬਾ ਹਨੂਮਾਨ ਸਿੰਘ ਜੀ। ਤੋ ਬਾਬਾ ਵਿਨੋਦ ਸਿੰਘ ਜੀ ਨੂੰ ਮਹਾਰਾਜ ਜੀ ਨੇ ਨਿਸ਼ਾਨ ਨਗਾਰੇ ਦਿੱਤੇ, ਜਿਹੜੇ ਨਿਸ਼ਾਨ ਨਗਾਰੇ ਹੁਣ ਵੀ ਪੰਥ ਅਕਾਲੀ ਬੁੱਢੇ ਦਲ ਦੇ ਪਾਸ ਹਨ। ਤੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਜੀ ਨੇ ਬਚਨ ਕਹੇ ਕਿ ਜਿਹੜੇ ਪੰਜ ਸਿੰਘ ਨੇ, ਬਾਬਾ ਵਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਮੀਰੀ ਸਿੰਘ ਹੋਣੀ, ਇਹ ਤੁਹਾਡੀ ਮਦਦ ਕਰਨਗੇ ਲੋੜ ਪੈਣ ਤੇ। ਜਿੱਥੇ ਅਗਵਾਈ ਦੀ ਲੋੜ ਪਵੇਗੀ, ਤੁਹਾਨੂੰ ਪੰਥ ਦੀ ਮਰਿਆਦਾ ਸਮਝਣ ਦੀ ਲੋੜ ਪਵੇਗੀ, ਤਾਂ ਇਹ ਵੀ ਤੁਹਾਨੂੰ ਮਰਿਆਦਾ ਸਿਖਾਉਣਗੇ। ਤੁਮ ਸਹਾਏ ਤੇ ਕਰੋ ਬਿਨਾਸ਼ਾ, ਤੋ ਬਾਬਾ ਜੀ ਨੇ ਮਹਾਰਾਜ ਜੀ ਦੇ ਬਚਨ ਸੁਣ ਕੇ ਚਰਨਾਂ ਤੇ ਗੁਰਦੇਵ ਦੇ ਨਮਸਕਾਰ ਕਰਦਿਆਂ ਕਿਹਾ, ਮਹਾਰਾਜ ਤੁਹਾਡੀ ਸਹਾਇਤਾ ਨਾਲ ਮੈਂ ਮਲੇਛਾਂ ਤੇ ਜਰਵਾਣਿਆਂ ਦਾ ਵਿਨਾਸ਼ ਕਰਾਂਗਾ। ਤੁਰਕ ਤੇ ਜਹਾਨੋਂ ਚੋਂ ਪਾਸਾ, ਔਰ ਤੁਰਕਾਂ ਦੇ ਤੇਜ ਨੂੰ ਚਾਰੇ ਪਾਸਿਓਂ ਨਾਸ ਕਰਾਂਗਾ। ਕਰ ਬਖਸ਼ਿਸ਼ ਕੋ ਗੁਰ ਚੜਿਆਏ, ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਆਸ਼ਰਮ ਦੇ ਵਿੱਚ, ਜਿਹਨੂੰ ਅੱਜ ਕੱਲ ਆਪਾਂ ਗੁਰਦੁਆਰਾ ਬੰਦਾ ਘਾਟ ਸਾਹਿਬ ਦੇ ਨਾਂ ਨਾਲ ਜਾਣਦੇ ਹਾਂ, ਮਹਾਰਾਜ ਜੀ ਦਾ ਸੁੰਦਰ ਦਰਬਾਰ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਇਸ ਸਥਾਨ ਨੂੰ ਬੰਦਾ ਘਾਟ ਕਿਹਾ ਜਾਂਦਾ ਹੈ, ਕਿਉਂਕਿ ਗੋਦਾਵਰੀ ਦਾ ਕਿਨਾਰਾ ਹੈ ਤੇ ਗੋਦਾਵਰੀ ਦੇ ਕਿਨਾਰੇ ਤੇ ਘਾਟ ਨੇ, ਨਗੀਨਾ ਘਾਟ ਹੈ। ਫਿਰ ਥੋੜਾ ਅੱਗੇ ਜਾ ਕੇ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਤੋ ਬਾਬਾ ਬੰਦਾ ਸਿੰਘ ਤੇ ਬਖਸ਼ਿਸ਼ ਕਰਕੇ ਮਹਾਰਾਜ ਵਾਪਸ ਜਿੱਥੇ ਤਖਤ ਸਾਹਿਬ ਵਾਲੇ ਸਥਾਨ ਤੇ ਗੁਰਦੇਵ ਦਾ ਨਿਵਾਸ ਸੀ, ਕਲਗੀਧਰ ਜੀ, ਉੱਥੇ ਵਾਪਸ ਆ ਗਏ। ਅਬ ਚਲ ਨਗਰ ਸਿਵਰ ਜਿਸ ਥਾਏ, ਖਾਲਸਾ ਜੀ ਤਖਤ ਸ੍ਰੀ ਹਜੂਰ ਸਾਹਿਬ ਦੀ ਇਸ ਪਵਿੱਤਰ ਧਰਤੀ ਨੂੰ
ਗੁਰਸਿੱਖ ਅਬਚਲ ਨਗਰ ਨਾਂ ਦੇ ਨਾਲ ਸੰਬੋਧਨ ਕਰਦੇ ਹਨ। ਇਹ ਅਬਚਲ ਨਗਰ ਕਿਹਾ ਜਾਂਦਾ। ਅਬਚਲ ਨਗਰ ਤਾਂ ਕਿਹਾ ਜਾਂਦਾ ਜਦੋਂ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਤਖਤ ਸ੍ਰੀ ਹਜੂਰ ਸਾਹਿਬ, ਤਾਂ ਉਸ ਵੇਲੇ ਹੁਕਮਨਾਮਾ ਜੋ ਆਇਆ ਸੀ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਸ ਕਰਕੇ ਉਸ ਸਮੇਂ ਤੋਂ ਬਾਅਦ ਗੁਰਸਿੱਖਾਂ ਨੇ ਇਸ ਨਗਰੀ ਦਾ ਨਾਮ ਹੀ ਆਪਣੀ ਮੁਖਾਰ ਬਿੰਦ ਤੋਂ ਅਬਚਲ ਨਗਰ ਕਿਹਾ। ਕੱਲਾ ਨੰਦੇੜ ਨਹੀਂ ਕਹਿੰਦੇ ਸਿੰਘ। ਜਦੋਂ ਸੰਬੋਧਨ ਕਰਦੇ ਨੇ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਨਾਂਦੇੜ ਸਾਹਿਬ, ਏਦਾਂ ਨਾਂ ਨਾਲ ਸੰਬੋਧਨ ਕੀਤਾ ਜਾਂਦਾ। ਮਹਾਰਾਜ ਜੀ ਦੇ ਇਸ ਨਗਰੀ ਨੂੰ ਅਬਚਲ ਨਗਰ ਅਬਚਲ ਨਗਰ ਵੀ ਕਿਹਾ ਜਾਂਦਾ। ਤੋ ਭਾਈ ਸਾਹਿਬ ਇੱਥੇ ਕਹਿ ਰਹੇ ਨੇ ਅਬਚਲ ਨਗਰ ਸਿਵਰ ਜਿਸ ਥਾਏ। ਅਬਚਲ ਨਗਰ ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਦਾ ਡੇਰਾ ਨਿਵਾਸ ਹੈ। ਵੈਸੇ ਨੰਦੇੜ ਦੀ ਜਿਹੜੀ ਧਰਤੀ ਬੜੀ ਪੁਰਾਣੀ ਨਗਰੀ ਹੈ, 9 ਨੰਦਾਂ ਦੀ ਵਸਾਈ ਹੋਣ ਕਰਕੇ ਇਹਨੂੰ ਨਾਂਦੇੜ ਕਿਹਾ ਜਾਂਦਾ ਹੈ। 9 ਨੰਦਾਂ ਨੇ ਵਸਾਈ। ਤੋ 9 ਨੰਦ ਜਿਹੜੇ ਸਨ ਉਹ ਕਲਗੀਧਰ ਜੀ ਦੀ ਸ਼ਰਨ ਚ ਆਏ ਸਨ ਜਦੋਂ ਮਹਾਰਾਜ ਜੀ ਇੱਥੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਸਾਧਨਾ ਕਰਦੇ ਸਨ ਸਤਯੁਗ ਵਾਲੇ ਸਮੇਂ। ਤਾਂ 9 ਨੰਦਾਂ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਇਹ ਨੰਦੇੜ ਵਸਿਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਬਾਣੀ ਦਿੱਤੀ। ਉਹ ਫਿਰ ਬਾਣੀ ਮਹਾਰਾਜ ਜੀ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਰਚਨਾ ਕੀਤੀ। ਉਸ ਪਵਿੱਤਰ ਬਾਣੀ ਦਾ ਨਾਮ ਹੈ ਸਰਬਲੋਹ ਪ੍ਰਕਾਸ਼ ਗ੍ਰੰਥ। ਸਰਬਲੋਹ ਪ੍ਰਕਾਸ਼ ਗ੍ਰੰਥ ਦੀ ਰਚਨਾ ਮਹਾਰਾਜ ਗੁਰੂ ਕਲਗੀਧਰ ਜੀ ਨੇ ਗੁਰਦੁਆਰਾ ਸਰਬਲੋਹ ਬੋਂਗੇ ਵਾਲੇ ਸਥਾਨ ਤੇ ਕੀਤੀ ਹੈ, ਤਖਤ ਸਾਹਿਬ। ਮਹਾਰਾਜ ਜੀ ਦੀ ਬੜੀ ਸ਼ਾਹ ਰਚਨਾ ਹੈ ਕਲਗੀਧਰ ਦੀ, ਜਿਹਦੇ ਵਿੱਚ ਅਤ ਉੱਚ ਦਰਜੇ ਦੀ ਤੁਰਿਆ ਪਦ ਦੀ ਅਵਸਥਾ ਦੀ ਖੇਡ ਦਾ ਜ਼ਿਕਰ ਆਉਂਦਾ ਹੈ। ਸਰਬਲੋਹ ਦੇ ਅਵਤਾਰ ਦੀ ਬਾਤ ਆਉਂਦੀ ਹੈ, ਬੀਰਜਕੇਤ ਆਦਿਕ ਦਾਨਵਾਂ ਦੀ ਬਾਤ ਆਉਂਦੀ ਹੈ। ਤਾਂ ਮਹਾਰਾਜ ਜੀ ਉਹਦੇ ਵਿੱਚ ਹੀ ਖਾਲਸੇ ਦੀ ਮਹਿਮਾ ਵੀ ਕਰਦੇ ਆ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪਿੰਡ ਪ੍ਰਾਨ। ਇਹ ਖਾਲਸੇ ਦੀ ਮਹਿਮਾ ਮਹਾਰਾਜ ਜੀ ਨੇ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਕੀਤੀ ਸਰਬਲੋਹ ਗ੍ਰੰਥ ਦੀ ਰਚਨਾ ਕਰਕੇ। ਚਾਲ ਨਾਰੇ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ। ਤੋ ਮਹਾਰਾਜ 10ਵੇਂ ਪਾਤਸ਼ਾਹ ਬਾਜਾਂ ਵਾਲੇ ਚੋਜੀ ਪ੍ਰੀਤਮ ਅਬਚਲ ਨਗਰ ਜਿਖੇ ਉੱਥੇ ਆ ਕੇ ਡੇਰਾ ਕੀਤਾ। ਸਾਹਿਬਜ਼ਾਦੇ ਕੀ ਨਸਤਿਆਰ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਭੇਜਣ ਵਾਸਤੇ ਗੁਰੂ ਕੁਲ ਦੇ ਜਿਹੜੇ ਸਾਹਿਬਜ਼ਾਦੇ ਨੇ ਬਾਬਾ ਵਿਨੋਦ ਸਿੰਘ ਹੋਣੀ, ਉਹਨਾਂ ਨੂੰ ਭੇਜਣ ਲਈ ਤਿਆਰ ਕੀਤਾ। ਗਮਨੋ ਰਨ ਕੋ ਜਮਨਾ ਪਾਰ। ਆਖਿਆ ਵਿਨੋਦ ਸਿੰਘ ਜੀ, ਕਾਨ ਸਿੰਘ ਜੀ, ਬਾਜ ਸਿੰਘ ਜੀ, ਤੁਸੀਂ ਬੰਦਾ ਸਿੰਘ ਜੀ ਦੇ ਨਾਲ ਜਾਓ ਤੇ ਜਮਨਾ ਤੋਂ ਪਾਰ ਜਾ ਕਰਕੇ ਜੰਗ ਮਚਾਓ। ਜਮਨਾ ਤੁਰੇ ਨਹੀਂ ਲੜਨਾ, ਜਮਨਾ ਤੋਂ ਪਾਰ ਜਾ ਕੇ ਯਾਨੀ ਕਿ ਦਿੱਲੀ ਟੱਪ ਕੇ ਫਿਰ ਜਾ ਕੇ ਜੰਗ ਛੇੜਨਾ ਹੈ। ਪੰਜ ਸਿੰਘੋ ਇਹ ਸਭ ਤਿਆਰ। ਇਹ ਤਾਂ 5 ਸਿੰਘ ਜਿਹੜੇ ਸਨ ਉਹ ਤਿਆਰ ਹੋਏ। ਵਸਤਰ ਸ਼ਸਤਰ ਸਭ ਕਰ ਸੰਭਾਰ। ਸਭ ਨੇ ਵਸਤਰ ਸ਼ਸਤਰ ਸੰਭਾਲੇ, ਤਿਆਰ ਬਰ ਤਿਆਰ ਹੋਏ, ਨਿਸ਼ਾਨ ਨਗਾਰੇ ਲਏ। ਯਾ ਅਰੋ ਕਰ ਪੰਥ ਪਿਆਨੇ। ਘੋੜਿਆਂ ਤੇ ਸਵਾਰ ਹੋ ਕੇ ਇਹ ਸਭ ਚੱਲ ਪਏ। ਉਧਰੋਂ ਬਾਬਾ ਬੰਦਾ ਸਿੰਘ ਜੀ ਵੀ ਚੱਲ ਪਏ। ਬੰਦ ਚਰਨ ਗੁਰ ਕੋ ਤਰ ਧਿਆਨੇ। ਜਾਣ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ, ਗੁਰੂ ਚਰਨਾਂ ਦਾ ਧਿਆਨ ਧਾਰਨ ਕੀਤਾ। ਪਲਟਾ ਲੈਨ ਤੁਰਕ ਗਨ ਮਾਰਨ। ਗੁਰਦੇਵ ਦੇ ਚਰਨਾਂ ਦਾ ਧਿਆਨ ਧਾਰ ਕੇ ਤੁਰਕਾਂ ਦੇ ਮਲੇਛਾਂ ਦੇ ਸਮੁਦਾਇ ਦਾ ਨਾਸ਼ ਕਰਨ ਲਈ, ਜਿਨ੍ਹਾਂ ਨੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਉਹਨਾਂ ਮਲੇਛਾਂ ਨੂੰ ਮਾਰਨ ਲਈ ਬਾਬਾ ਬੰਦਾ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ, ਜਥੇਦਾਰ ਬਾਬਾ ਕਾਨ ਸਿੰਘ ਜੀ, ਬਾਜ ਸਿੰਘ ਜੀ, ਇਹ ਮਹਾਰਾਜ ਜੀ ਦੇ ਕੋਲੋਂ ਵਿਦਾ ਹੋ ਕੇ ਚੱਲੇ ਨੇ। ਸ਼੍ਰੀ ਸਤਿਗੁਰ ਕੇ ਕਾਜ ਸੁਧਾਰਨ। ਇਹ ਗੁਰੂ ਕਾ ਕਾਰਜ ਹੈ, ਇਹ ਸਿੱਖਾਂ ਦਾ ਜਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਆਪਣਾ ਕਾਰਜ ਨਹੀਂ ਹੈ। ਇਹ ਗੁਰੂ ਕਾ ਕਾਰਜ ਹੈ ਔਰ ਗੁਰੂ ਕਾ ਕਾਰਜ ਕਰਨ ਲਈ ਜਾ ਰਹੇ ਨੇ। ਜਦੋਂ ਕਾਰਜ ਗੁਰੂ ਦਾ ਤੇ ਫਿਰ ਕਰਨਾ ਵੀ ਗੁਰੂ ਨੇ ਹੈ। ਆਦ ਵਜੀਦ ਖਾਨ ਅਰ ਪਾਰੇ। ਵਜੀਦੇ ਵਰਗੇ ਜਿਹੜੇ ਮਲੇਛ ਜਰਵਾਣੇ, ਜਿਹੜੇ ਪੰਥ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਦੇ ਹਨ, ਲੂਟਨ ਪੁਰ ਸਰਹੰਦ ਤਿਸ ਮਾਰੇ। ਉਹਨੂੰ ਮਾਰਨ ਲਈ ਉਹਦੀ ਨਗਰੀ ਸਰਹੰਦ ਨੂੰ ਥੇ ਬਣਾਉਣ ਲਈ ਜਾ ਰਹੇ ਨੇ। ਨਾਨਾ ਦੇਸ਼ ਨਗਰ ਅਰ ਗ੍ਰਾਮੋ। ਰਸਤੇ ਵਿੱਚ ਕਈ ਪਿੰਡ, ਕਈ ਗ੍ਰਾਮ, ਕਈ ਸ਼ਹਿਰ ਆਉਂਦੇ ਨੇ ਚਲਦਿਆਂ। ਉਲੰਗਤ ਪਹੁੰਚੇ ਪੰਥ ਤਮਾਮੋ। ਇਹ ਸਾਰਾ ਪੈਂਡਾ ਤੈਅ ਕਰਦੇ ਕਰਦੇ ਆ ਗਏ। ਥੋੜੇ ਹੀ ਦਿਵਸਨ ਮੈਂ ਆਏ। ਥੋੜੇ
ਦਿਨਾਂ ਵਿੱਚ ਲੰਮਾ ਪੈਂਡਾ ਤੈਅ ਕਰਕੇ ਆਏ ਹਨ। ਜਮਨਾ ਪਾਰ ਪਰੇ ਅਰ ਖਾਏ। ਜਮਨਾ ਨਦੀ ਆ ਕੇ ਇਹਨਾਂ ਨੇ ਪਾਰ ਕੀਤੀ ਹੈ। ਦੋਹਰਾ ਬੰਦਾ ਬਖਸ਼ੀ ਖਾਲਸਾ ਚਲਾ ਤੇਜ ਦਿਖਰਾਏ। ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ੀ ਬਣਾ ਕੇ ਖਾਲਸੇ ਦਾ ਭੇਜਿਆ। ਬਖਸ਼ੀ ਦਾ ਮਤਲਬ ਹੁੰਦਾ ਖਾਲਸੇ ਦਾ ਫੌਜੀ ਜਰਨੈਲ, ਸੈਨਾਪਤੀ ਵੀ ਕਹਿ ਸਕਦੇ ਹਾਂ। ਤੋ ਸੈਨਾਪਤੀ ਬਣਾ ਕੇ ਬਖਸ਼ੀ, ਆਮ ਕਰਕੇ ਫਾਰਸੀ ਵਿੱਚ ਬਖਸ਼ੀ ਤਨਖਾਹ ਦੇਣ ਵਾਲੇ ਨੂੰ ਵੀ ਕਹਿੰਦੇ ਆ। ਤੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸੇ ਦਾ ਬਖਸ਼ੀ ਬਣਾ ਕਰਕੇ ਮਹਾਰਾਜ ਜੀ ਨੇ ਆਪਣਾ ਤੇਜ ਦੇ ਕਰਕੇ ਭੇਜਿਆ। ਅਜ਼ਮਤ ਬਲ ਤੇ ਪਹੁੰਚੇਗਾ ਸਿੰਘਨ ਤੇ ਅਗਵਾਏ। ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਕਰਾਮਾਤੀ ਪੁਰਸ਼ ਸੀ। ਕਹਿੰਦੇ ਬਾਬਾ ਵਿਨੋਦ ਸਿੰਘ ਹੋਣੀ ਹਾਲੇ ਪਿੱਛੇ ਹੀ ਨੇ, ਇਹ ਆਪਣੀ ਅਜ਼ਮਤ ਦੇ ਬਲ ਨਾਲ ਪਹਿਲਾਂ ਹੀ ਅੱਗੇ ਆ ਪਹੁੰਚੇ, ਕਰਾਮਾਤ ਦੇ ਬਲ ਨਾਲ ਆ ਪਹੁੰਚੇ। ਜੋ ਪਈ ਜੈ ਤੀਰਤ ਹੈ ਮੋਚਨ ਕਪਾਲ। ਜਿੱਥੇ ਕਪਾਲ ਮੋਚਨ ਤੀਰਥ ਹੈ। ਖਾਲਸਾ ਜੀ ਇੱਥੇ ਭਾਈ ਸਾਹਿਬ ਨੇ ਜਿਹੜੇ ਵੇਰਵੇ ਅੱਗੇ ਹੁਣ ਦੇਣੇ ਨੇ ਕਿ ਬਾਬਾ ਜੀ ਦੇ ਕੁਝ ਚੋਣਵੇਂ ਵੇਰਵੇ ਦੇਣੇ ਨੇ ਵੀ ਕਿਵੇਂ ਸਡੋਰਾ ਮਾਰਿਆ ਜਾਂ ਸਰਹੰਦ ਮਾਰਿਆ। ਪੂਰਾ ਵਿਸਥਾਰ ਸਹਿਤ ਬਾਬਾ ਜੀ ਦੀ ਕਥਾ ਨਹੀਂ ਲਿਖੀ, ਕਿਉਂਕਿ ਭਾਈ ਸਾਹਿਬ ਦਾ ਫੋਕਸ ਜਿਹੜਾ ਸੀ ਭਾਈ ਸੰਤੋਖ ਸਿੰਘ ਜੀ ਦਾ, ਉਹ ਸੀ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਣਾ। ਤੋ ਇਤਿਹਾਸ ਤੋਂ ਬਾਅਦ ਫਿਰ ਭਾਈ ਸਾਹਿਬ 2 ਮਹੀਨਿਆਂ ਬਾਅਦ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ। ਵਿਦਵਾਨ ਕਹਿੰਦੇ ਜੇ ਕੁਝ ਸਮਾਂ ਭਾਈ ਸਾਹਿਬ ਦੀ ਹੋਰ ਆਯੂ ਹੋ ਜਾਂਦੀ ਤੇ ਅੱਗੇ ਖਾਲਸੇ ਦਾ ਇਤਿਹਾਸ ਵੀ ਸਾਰਾ ਲਿਖ ਜਾਂਦੇ, ਪਰ ਉਹ ਇਤਿਹਾਸ ਸਾਰਾ ਫਿਰ ਅੱਗੇ ਸਰਦਾਰ ਰਤਨ ਸਿੰਘ ਭੰਗੂ ਜੀ ਹੋਣਾ ਨੇ ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ। ਉਹਦੇ 'ਚ ਪੂਰਾ ਵੇਰਵਾ ਵੀ ਪਹਿਲਾਂ ਕਿੱਥੇ ਆਏ। ਭਾਈ ਸਾਹਿਬ ਨੇ 94 ਵੇਰਵੇ। ਇੱਥੇ ਇਸ ਕਰਕੇ ਕਈ ਸ਼ੰਕਾਗ੍ਰਸਤ ਹੋ ਜਾਂਦੇ ਆ ਕਿ ਭਾਈ ਸਾਹਿਬ ਨੇ ਸਿੱਧਾ ਇੱਥੇ ਲਿਖ ਦਿੱਤਾ ਵੀ ਕਪਾਲ ਮੋਚਨ ਆ ਗਏ। ਹਾਲਾਂਕਿ ਭਾਈ ਸਾਹਿਬ ਬਾਬਾ ਬੰਦਾ ਸਿੰਘ ਜੀ ਤਾਂ ਪਹਿਲਾਂ ਸੇਰੀ ਖੰਡੇ ਆਏ ਨੇ, ਉੱਥੇ ਉਹਨਾਂ ਨੇ ਨਿਵਾਸ ਰੱਖਿਆ ਦਿੱਲੀ ਦੇ ਕੋਲ। ਉੱਥੋਂ ਸਿੰਘਾਂ ਨੂੰ ਇਕੱਤਰ ਕਰਕੇ ਸਮਾਣਾ ਮਾਰਿਆ, ਸਮਾਣਾ ਫਿਰ ਇੱਧਰ ਨੂੰ ਗਏ ਨੇ ਸਡੋਰੇ ਨੂੰ। ਪਰ ਭਾਈ ਸਾਹਿਬ ਨੇ ਕੇਵਲ 94 ਜੇ ਪ੍ਰਸੰਗ ਬਾਬਾ ਬੰਦਾ ਸਿੰਘ ਜੀ ਦੇ ਲਿਖੇ ਨੇ ਵੀ ਕਿਵੇਂ ਵੈਰੀਆਂ ਨੂੰ ਉਹਨਾਂ ਨੇ ਸੋਧਾ ਲਾਇਆ। ਤੋ ਚੱਲ ਕੇ ਕਹਿੰਦੇ ਜਿੱਥੇ ਕਪਾਲ ਮੋਚਨ ਤੀਰਥ ਹੈ ਉੱਥੇ ਆਏ ਹਨ। 33 ਪੰਜ ਕੋਸ ਥਲ ਪਾਲ। ਕਪਾਲ ਮੋਚਨ ਤੀਰਥ ਤੋਂ ਤਕਰੀਬਨ 5 ਕੋਹ ਦੀ ਵਾਟ ਦੇ ਉੱਤੇ। ਕਪਾਲ ਮੋਚਨ ਤੀਰਥ ਬੜਾ ਪੁਰਾਤਨ ਤੀਰਥ ਹੈ। ਜਿੱਥੇ ਹਿੰਦੂ ਵੀਰਾਂ ਦਾ ਤੀਰਥ ਹੈ ਉੱਥੇ ਖਾਲਸੇ ਪੰਥ ਦਾ ਵੀ ਤੀਰਥ ਹੈ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਨੇ, ਇੱਥੇ ਕਲਗੀਧਰ ਨੇ ਆਪਣੇ ਚਰਨ ਪਾਏ ਨੇ, 2 ਪਾਤਸ਼ਾਹੀਆਂ ਦੇ ਚਰਨ ਪਏ ਨੇ। ਇਸ ਕਰਕੇ ਗੁਰਸਿੱਖਾਂ ਦਾ ਵੀ ਤੀਰਥ ਹੈ। ਸੰਗਤਾਂ ਦਰਸ਼ਨ ਕਰਦੀਆਂ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਪਾਵਨ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਕਪਾਲ ਮੋਚਨ ਸਾਹਿਬ ਵਿਖੇ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਕੇ ਮਨਾਉਂਦੀਆਂ। ਪੂਰੇ ਸਾਲ ਵਿੱਚ ਉਸੇ ਇੱਕ ਜੋੜ ਮੇਲੇ ਤੇ ਸੰਗਤਾਂ ਉੱਥੇ ਆਉਂਦੀਆਂ ਸਾਰਾ ਸਾਲ, ਕਿਉਂਕਿ ਉੱਥੇ ਆਲੇ ਦੁਆਲੇ ਕੋਈ ਬਹੁਤੀ ਸਿੱਖਾਂ ਦੀ ਆਬਾਦੀ ਨਾ ਹੋਣ ਕਰਕੇ ਬਹੁਤੀ ਸੰਗਤ ਨਹੀਂ ਆਉਂਦੀ। ਸਾਲ ਬਾਅਦ ਹੀ ਬਹੁਤ ਸੰਗਤ ਉੱਥੇ ਆਉਂਦੀ ਹੈ। ਤੋ ਕਪਾਲ ਮੋਚਨ ਤੋਂ ਤਕਰੀਬਨ 5 ਕੋਹ ਦੀ ਵਾਟ ਦੇ ਉੱਤੇ ਟੇਹਾ ਗ੍ਰਾਮ ਤੇ ਬੜ ਉੱਚੋ। ਇੱਕ ਟੇਹਾ ਨਾਮ ਦਾ ਪਿੰਡ ਹੈ, ਉੱਚਾ ਥੇ ਉਹਦਾ ਬਣਿਆ ਹੋਇਆ ਹੈ। ਬੰਦਾ ਤਿਸ ਤਲ ਜਾਏ ਪਹੁੰਚੋ। ਬਾਬਾ ਬੰਦਾ ਸਿੰਘ ਜੀ ਉਸ ਜਗ੍ਹਾ ਤੇ ਆ ਕੇ ਪਹੁੰਚੇ ਹਨ। ਸਿੰਘਨ ਹਿਤ ਪਰਤ ਇਕ ਬੈਸਾ। ਸਿੰਘਾਂ ਦੀ ਉਡੀਕ ਕਰਨ ਵਾਸਤੇ ਵੀ ਜਿਹੜੇ ਸਿੰਘ ਪਿੱਛੋਂ ਬਾਬਾ ਵਿਨੋਦ ਸਿੰਘ, ਕਾਹਨ ਸਿੰਘ ਹੋਣਾ ਨੇ ਆਉਣਾ ਸੀ, ਉਹਨਾਂ ਨੂੰ ਉਡੀਕਣ ਵਾਸਤੇ ਇਸ ਜਗ੍ਹਾ ਤੇ ਬੈਠ ਗਏ। ਪਿਕੋ ਹੁਕਮ ਗੁਰ ਲਿਆਵੇ ਕੈਸਾ। ਤੇ ਉਧਰੋਂ ਗੁਰੂ ਸਾਹਿਬ ਦਾ ਹੁਕਮਨਾਮਾ ਵੀ ਆਉਣਾ ਸੀ ਪੰਜਾਬ ਦੇ ਸਿੰਘਾਂ ਵਾਸਤੇ। ਉਹ ਹੁਕਮਨਾਮੇ ਦੇ ਵੀ ਬਾਬਾ ਜੀ ਨੇ ਦਰਸ਼ਨ ਕਰਨੇ ਸਨ ਕਿ ਗੁਰਦੇਵ ਨੇ ਹੁਕਮਨਾਮੇ 'ਚ ਕੀ ਹੁਕਮ ਜਾਰੀ ਕੀਤਾ। ਇਤ ਵਿਨੋਦ ਸਿੰਘ ਬਾਬਾ ਆਏ। ਇਧਰੋਂ ਬਾਬਾ ਵਿਨੋਦ, ਇਹਨਾਂ ਨੂੰ ਬਾਬਾ ਤਾਂ ਕਿਹਾ ਜਾਂਦਾ ਸੀ ਕਿਉਂਕਿ ਗੁਰੂ ਅੰਗਦ ਸਾਹਿਬ ਦੇ ਅੰਸ਼ ਵੰਸ਼ ਵਿੱਚੋਂ ਸਨ।
ਤੋ ਇਸ ਕਰਕੇ ਬਾਬਾ ਸ਼ਬਦ ਨਾਲ ਇਹਨਾਂ ਨੂੰ ਸੰਬੋਧਨ ਕੀਤਾ ਜਾਂਦਾ। ਤੋ ਬਾਬਾ ਵਿਨੋਦ ਸਿੰਘ ਜੀ ਇੰਨੇ ਨੂੰ ਆ ਗਏ। ਪੰਚੇ ਸਿੰਘ ਸੰਗ ਮੈਂ ਲਿਆਏ, ਇਹਨਾਂ ਨਾਲ 5 ਸਿੰਘ ਜਿਹੜੇ ਨੇ ਉਹ ਵੀ ਆਏ ਹਨ। ਜਮਨਾ ਨਿਕਟ ਉੱਚ ਥਲ ਹੀਰੇ, ਜਮਨਾ ਦੇ ਨੇੜੇ ਟੇਹਾ ਨਗਰ ਜਿਹੜਾ ਥੇ ਬਣਿਆ ਉੱਚਾ ਥਾਂ, ਇਹ ਜਗ੍ਹਾ ਆ ਕੇ ਵੇਖੀ। ਖੋਜੇ ਬੰਦੇ ਕੋ ਫਿਰ ਫੇਰੇ, ਬਾਬਾ ਬੰਦਾ ਸਿੰਘ ਜੀ ਦੀ ਕਿਉਂਕਿ ਉਹ ਪਹਿਲਾਂ ਅੱਗੇ ਆ ਗਏ ਸਨ, ਉਹਨਾਂ ਨੂੰ ਭਾਲਦਿਆਂ ਆ ਰਹੇ ਨੇ। ਇਹ ਗ੍ਰਾਮ ਥੇ ਪਰ ਆਏ, ਇਹ ਪਿੰਡ ਦੇ ਉਸ ਥੇ ਦੇ ਉੱਤੇ ਬਾਬਾ ਵਿਨੋਦ ਸਿੰਘ ਜੀ, ਕਾਹਨ ਸਿੰਘ ਹੋਣੀ ਜੀ ਆ ਗਏ। ਬੈਠੇ ਤਾਂ ਦੇਖ ਅਰ ਖਾਏ, ਔਰ ਜਦੋਂ ਆ ਕਰਕੇ ਬਾਬਾ ਬੰਦਾ ਸਿੰਘ ਜੀ ਨੂੰ ਬੈਠਿਆਂ ਵੇਖਿਆ, ਖੁਸ਼ੀ ਹੋਈ ਕਿ ਬਾਬਾ ਬੰਦਾ ਸਿੰਘ ਜੀ ਸਾਡੇ ਤੋਂ ਪਹਿਲਾਂ ਪਹੁੰਚੇ ਹੋਏ ਨੇ। ਫਤਿਹ ਗੁਰੂ ਜੀ ਕੀ ਕਹਿ ਬੈਸੇ, ਜਾ ਕੇ ਜਥੇਦਾਰ ਬਾਬਾ ਵਿਨੋਦ ਸਿੰਘ ਹੋਣਾ ਨੇ 5 ਸਿੰਘਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੱਜ ਕੇ ਫਤਿਹ ਗਜਾਈ। ਹੁਕਮ ਗੁਰੂ ਕੋ ਪਟ ਕਰ ਤੈਸੇ, ਫਿਰ ਜਿਹੜਾ ਹੁਕਮਨਾਮਾ ਆਇਆ ਸੀ ਸਤਿਗੁਰਾਂ ਦਾ, ਉਹ ਹੁਕਮਨਾਮਾ ਬਾਬਾ ਬੰਦਾ ਸਿੰਘ ਜੀ ਨੂੰ ਪੜ੍ਹ ਕੇ ਸੁਣਾਇਆ। ਇਤਕ ਸਮੇਂ ਲੋ ਜਬ ਥਿਰ ਰਹੇ, ਇਦਾਂ ਜਦੋਂ ਕੁਝ ਕੁ ਸਮਾਂ ਬੈਠੇ ਰਹੇ। ਸਿੰਘਨ ਤਬੇ ਬਾਕਇਮ ਕਹੇ, ਤੇ ਬਾਬਾ ਬਾਜ ਸਿੰਘ ਜੀ, ਭਾਈ ਬਾਜ ਸਿੰਘ ਜੀ, ਹੋਰ ਸਿੰਘ ਜਿਹੜੇ ਨਾਲ 5 ਸਿੰਘ ਸਨ, ਇਹ ਭਾਈ ਬਾਜ ਸਿੰਘ ਹੋਣੀ ਬਾਬਾ ਬੰਦਾ ਸਿੰਘ ਜੀ ਨੂੰ ਕਹਿਣ ਲੱਗੇ, ਹਮ ਮਾਰਗ ਮੈਂ ਚੱਲ ਕਰ ਆਏ। ਕਹਿਣ ਲੱਗੇ ਬਾਬਾ ਬੰਦਾ ਸਿੰਘ ਜੀ, ਅਸੀਂ ਪਿੱਛੋਂ ਹੁਣ ਚੱਲ ਕੇ ਆਏ ਹਾਂ। ਤੁਮ ਥਿਰ ਪ੍ਰਥਮ ਰਹੇ ਸਥਾਏ, ਤੁਸੀਂ ਸਾਡੇ ਤੋਂ ਪਹਿਲਾਂ ਆ ਗਏ ਹੋ, ਸਾਡੇ ਤੋਂ ਪਹਿਲਾਂ ਇੱਥੇ ਆ ਕੇ ਟਿਕੇ ਹੋ, ਬੈਠੇ ਹੋ। ਹਮੇ ਅਬਿਲਾਖੇ ਦਿਓ ਆਹਾਰਾ, ਤੁਸੀਂ ਪਹਿਲਾਂ ਆਏ ਹੋ ਤੇ ਹੁਣ ਫਰਜ਼ ਇਹ ਬਣਦਾ ਵੀ ਪ੍ਰਸ਼ਾਦੇ ਦਾ ਪ੍ਰਬੰਧ ਤੁਸੀਂ ਕਰਨਾ ਸੀ ਪਹਿਲਾਂ। ਜੇ ਅਸੀਂ ਆਉਂਦੇ ਤੇ ਅਸੀਂ ਕਰਦੇ, ਅਸੀਂ ਪਿੱਛੋਂ ਆਏ ਆ ਤੇ ਹੁਣ ਤੁਸੀਂ ਸਾਡੇ ਤੋਂ ਪਹਿਲਾਂ ਆਏ ਹੋ। ਜਿਵੇਂ ਹਾਸ ਰਸ ਵਿੱਚ ਨਾ ਵਿਚਾਰ ਕਰਦੇ ਆ, ਕਹਿੰਦੇ ਬਾਬਾ ਜੀ ਪ੍ਰਸ਼ਾਦੇ ਦਾ ਪ੍ਰਬੰਧ ਤਾਂ ਤੁਸੀਂ ਕਰਨਾ ਸੀ ਸਾਡਾ, ਅਸੀਂ ਹੁਣ ਪਿੱਛੋਂ ਚੱਲ ਕੇ ਆਏ ਆ, ਤੁਸੀਂ ਸਾਡੇ ਪ੍ਰਸ਼ਾਦੇ ਦਾ ਕੋਈ ਬੰਦੋਬਸਤ ਨਹੀਂ ਕੀਤਾ। ਜਿਸ ਤੇ ਛੁਦਾ ਕਰੇ ਨਿਰਵਾਰਾ, ਤੇ ਸਾਡੇ ਪ੍ਰਸ਼ਾਦੇ ਦਾ ਪ੍ਰਬੰਧ ਕਰੋ ਬਾਬਾ ਜੀ, ਜਿਹਦੇ ਨਾਲ ਅਸੀਂ ਆਪਣੀ ਪੈਂਡੇ ਦੀ ਜਿਹੜੀ ਰਾਹ ਦੀ ਭੁੱਖ ਹੈ ਉਹਨੂੰ ਨਿਵਾਰੀਏ। ਸੁਨ ਬੰਦੇ ਸਭ ਸੰਗ ਬਖਾਨੀ, ਸੁਣ ਕੇ ਬਾਬਾ ਬੰਦਾ ਸਿੰਘ ਜੀ ਬੋਲੇ, ਸਿੰਘਾਂ ਨੂੰ ਕਹਿਣ ਲੱਗੇ, ਮੈਂ ਕੁਛ ਜਮਾ ਨ ਪ੍ਰਥਮੇ ਠਾਨੀ। ਕਹਿਣ ਲੱਗੇ ਖਾਲਸਾ ਜੀ ਆਪ ਜੀ ਦਾ ਬਚਨ ਸਿਰ ਮੱਥੇ, ਪਰ ਮੈਂ ਤਾਂ ਕੁਝ ਇੱਥੇ ਆ ਕੇ ਜਮਾ ਹੀ ਨਹੀਂ ਕੀਤਾ, ਮੈਂ ਤਾਂ ਕੁਝ ਇੱਥੇ ਆ ਕੇ ਇਕੱਠਾ ਨਹੀਂ ਕੀਤਾ। ਆਹੋ ਇਕਾਕੀ ਸੋਜ ਨ ਕੋਈ, ਮੈਂ ਤਾਂ ਇਕੱਲਾ ਹੀ ਇੱਥੇ ਪਹੁੰਚਿਆ, ਮੇਰੇ ਕੋਲ ਕੋਈ ਸੋਜ ਨਹੀਂ ਹੈ ਇਸ ਵੇਲੇ, ਮੈਂ ਕੁਝ ਵੀ ਆਪਣੇ ਕੋਲ ਇਕੱਠਾ ਨਹੀਂ ਕੀਤਾ। ਬਾਸਨ ਬਸਨ ਆਸਨ ਨੇ ਜੋਈ, ਨਾ ਮੇਰੇ ਕੋਲ ਭਾਂਡੇ ਬਰਤਨ ਨੇ, ਨਾ ਉਹਨਾਂ ਵਿੱਚ ਪਕਾਉਣ ਨੂੰ ਕੋਈ ਰਾਸ਼ਨ ਹੈ। ਜਿਸ ਇਤ ਸਤਗੁਰ ਇਤੈ ਪਠਾਏ, ਖਾਲਸਾ ਜੀ ਜੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਤੇ ਉਹਦਾ ਫਿਰ ਸ਼ੇਰ ਪੰਜਾ ਮਾਰੋ ਜਿਹਦੇ ਵਾਸਤੇ ਸਤਿਗੁਰਾਂ ਨੇ ਭੇਜਿਆ। ਸੋ ਉਦਮ ਕੀ ਜੇ ਲਿਓ ਖਾਏ, ਉਦਮ ਕਰੀਏ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੋ ਜਾਏਗਾ। ਇਵੇਂ ਆਪਸ ਮੈਂ ਕਰਤ ਬਖਾਨਾ, ਇਦਾਂ ਆਪਸ ਵਿੱਚ ਗੱਲਾਂ ਹੀ ਕਰ ਰਹੇ ਸਨ, ਆਪਸ ਵਿੱਚ ਵਿਚਾਰਾਂ ਹੀ ਕਰ ਰਹੇ ਸਨ। ਤਿਸ ਚਿਨ ਅਸਨ ਇਸਤਰੀਆਂ ਨੇ ਆਨਾ, ਇਹਨੇ ਨੂੰ ਕੁਝ ਇਸਤਰੀਆਂ ਉੱਥੋਂ ਲੰਘੀਆਂ ਜਾਂਦੀਆਂ, ਰੋਟੀ ਪੱਤਾ ਨਹੀਂ ਹੁੰਦਾ ਖੇਤਾਂ ਵਿੱਚ ਆਪਣੇ ਕਿਸਾਨ ਪਤੀਆਂ ਲਈ ਲਿਜਾਣ ਲਈ, ਉਹ ਪੱਤਾ ਲੈ ਕੇ ਜਾ ਰਹੀਆਂ ਸਨ ਕੁਝ ਇਸਤਰੀਆਂ। ਰਾਹਕ ਕਾਰ ਕਰਤ ਕ੍ਰਿਖੀ ਕੇਰੀ, ਉਹਨਾਂ ਦੇ ਜਿਹੜੇ ਭਰਤੇ ਸੀ ਉਹ ਖੇਤਾਂ ਦੇ ਵਿੱਚ ਖੇਤੀ ਪੇ ਕਰਦੇ ਸਨ। ਤਿਨ ਹਿਤ ਲੀਏ ਜਾਤ ਤਿਸ ਹੇਰੀ, ਉਹ ਪ੍ਰਸ਼ਾਦੇ ਉਹਨਾਂ ਨੇ ਸਿਰਾਂ ਤੇ ਰੱਖੇ ਹੋਏ ਤੇ ਉਹਨਾਂ ਲਈ ਲੈ ਕੇ ਜਾ ਰਹੀਆਂ ਨੇ। ਬੰਦਾ ਕਹੇ ਸੁਨੋ ਸਿੱਖ ਭਾਈ, ਬਾਬਾ ਬੰਦਾ ਸਿੰਘ ਜੀ ਵੇਖ ਕੇ ਉਹਨਾਂ ਨੂੰ ਕਹਿਣ ਲੱਗੇ, ਸਿੰਘੋ ਸੁਣੋ, ਇਹ ਗੁਰ ਪਟਿਓ ਚੀਨ ਲਿਓ ਖਾਈ। ਕਹਿੰਦੇ ਵੇਖੋ ਮਹਾਰਾਜ ਜੀ ਨੇ ਪੱਕਿਆ ਪਕਾਇਆ ਭੋਜਨ ਭੇਜ ਦਿੱਤਾ ਤੇ ਛਕ ਲੋ ਵੀ ਉਹ ਮਾਈਆਂ ਲਈ ਆਉਂਦੀਆਂ ਪ੍ਰਸ਼ਾਦਾ, ਵੀ ਸਤਿਗੁਰਾਂ ਪੱਕਿਆ ਪਕਾਇਆ ਭੇਜ ਦਿੱਤਾ ਤੇ ਲੈ ਕੇ ਛਕ ਲੋ। ਪ੍ਰਥਮ ਸ਼ਗਨ ਭੋਜਨ ਕੋ ਆਚੇ, ਕਹਿੰਦੇ ਤਾਂ ਬੜਾ ਵਧੀਆ ਸ਼ਗਨ ਹੋ ਗਿਆ ਵੀ ਸਭ ਤੋਂ ਪਹਿਲਾਂ ਪ੍ਰਸ਼ਾਦਾ ਹੀ ਮਹਾਰਾਜ ਜੀ ਨੇ ਸਾਡੇ ਲਈ ਅੰਨ ਦੇਵਤਾ ਭੇਜ ਦਿੱਤਾ। ਅਪਰ ਵਸਤ ਲੂਟੇ ਸਭ ਪਾਚੇ, ਕਹਿੰਦੇ ਬਾਕੀ ਜਿਹੜੀ ਨਗਰ ਲੋਕ ਜਿਹੜੇ ਜਰਵਾਣੇ ਨੇ ਉਹਨਾਂ ਨੂੰ ਲੁੱਟਣਾ, ਤੇ ਕਿਉਂਕਿ ਮਾਇਆ ਵੀ ਚਾਹੀਦੀ ਹੈ ਫੌਜੀ ਤਾਕਤ ਵਾਸਤੇ, ਘੋੜੇ ਖਰੀਦਣੇ ਆ, ਸ਼ਸਤਰ ਖਰੀਦਣੇ ਆ, ਉਹਦੇ ਵਾਸਤੇ ਸ਼ੇਰ ਪੰਜਾ ਤਾਂ ਸਿੰਘਾਂ ਨੂੰ ਮਾਰਨਾ ਪੈਣਾ ਸੀ। ਜਰਵਾਣਿਆਂ ਨੂੰ ਸੋਧਾ ਲਾ ਕੇ ਉਹਨਾਂ ਕੋਲੋਂ
ਉਹਨਾਂ ਦੇ ਜਿਹੜੇ ਖਜ਼ਾਨੇ ਸਨ ਉਹ ਖੋਹਣੇ ਪੈਣੇ ਸਨ, ਤਾਂ ਹੀ ਫੌਜ ਤਿਆਰ ਹੋਣੀ ਸੀ। ਤੋ ਉਸ ਵਕਤ ਕਹਿਣ ਲੱਗੇ ਵੀ ਇਹ ਤਾਂ ਬੜਾ ਵਧੀਆ, ਸਾਡੇ ਲਈ ਪਹਿਲਾਂ ਮਹਾਰਾਜ ਜੀ ਨੇ ਅੰਨ ਭੇਜ ਦਿੱਤਾ ਤੇ ਇਹ ਛਕ ਲਈਏ, ਬਾਕੀ ਕੰਮ ਆਪਾਂ ਬਾਅਦ ਵਿੱਚ ਕਰਾਂਗੇ। ਸੁਨ ਕੈ ਚੁੱਧ ਟੋਟੇ ਤਤਕਾਲਾ, ਸੁਣ ਕੇ ਭਾਈ ਬਾਜ ਸਿੰਘ ਹੋਣੀ ਉੱਠ ਕੇ ਗਏ। ਸਰਬ ਰੋਟਿਕਾ ਚੀਨੇ ਉਤਾਲਾ, ਜਾ ਕੇ ਪਹਿਲਾਂ ਉਹਨਾਂ ਮਾਈਆਂ ਨੂੰ ਆਖਿਆ ਬੀਬੀ ਪ੍ਰਸ਼ਾਦਾ ਛਕਾ ਦਿਓ, ਸਿੰਘ ਬੈਠੇ ਆ। ਅੱਗੋਂ ਮਾਈਆਂ ਤਿੜ ਕੇ ਕਹਿੰਦੀਆਂ ਅਸੀਂ ਤਾਂ ਆਪਣੇ ਪਤੀਆਂ ਲਈ ਲਈ ਜਾਂਦੀਆਂ। ਉਹਨਾਂ ਆਖਿਆ ਵੀ ਤੁਸੀਂ ਹੋਰ ਪਕਾ ਲਓ ਮਾਈਓ, ਇਹ ਪ੍ਰਸ਼ਾਦਾ ਦੇ ਜੋ ਸਾਨੂੰ, ਹੋਰ ਤੁਸੀਂ ਤਿਆਰ ਕਰ ਲਓ, ਜਾਂ ਵਿੱਚੋਂ ਇੱਕ ਅੱਧੇ ਕੁਝ ਪ੍ਰਸ਼ਾਦੇ ਸਾਨੂੰ ਦੇ ਦਿਓ, ਕੁਝ ਆਪਣੇ ਕਿਸਾਨ ਪਤੀਆਂ ਨੂੰ ਛਕਾ ਦਿਓ। ਉਹ ਕਹਿੰਦੀਆਂ ਅਸੀਂ ਨਹੀਂ ਦਿੰਦੀਆਂ। ਫਿਰ ਸਿੰਘਾਂ ਨੇ ਆਖਿਆ ਵੀ ਇਹ ਤਾਂ ਹੁਣ ਦੇਣਾ ਹੀ ਪੈਣਾ, ਪ੍ਰਸ਼ਾਦਾ ਤਾਂ ਅਸੀਂ ਛਕਣਾ, ਵੀ ਤੁਸੀਂ ਇਦਾਂ ਨਾ ਦਿਓਗੇ ਤੇ ਸਾਨੂੰ ਉਹ ਦੂਸਰੇ ਤਰੀਕੇ ਨਾਲ ਲੈਣਾ ਪਵੇਗਾ। ਫਿਰ ਉਹਨਾਂ ਮਾਈਆਂ ਨੇ ਪ੍ਰਸ਼ਾਦਾ ਜਿਹੜਾ ਉਹ ਸਿੰਘਾਂ ਨੂੰ ਦੇ ਦਿੱਤਾ। ਜਲ ਪਰ ਬੈਠ ਅਚਨ ਸੋ ਕਰੀ, ਸਿੰਘਾਂ ਨੇ ਉੱਥੇ ਪਾਣੀ ਦਾ ਜਿੱਥੇ ਪ੍ਰਬੰਧ ਸੀ ਉਹਦੇ ਤੇ ਬਹਿ ਕੇ ਉਹ ਪ੍ਰਸ਼ਾਦਾ ਛਕ ਲਿਆ। ਛੁਦਾ ਅਧਿਕ ਥੀ ਸਭ ਪਰ ਹਰੀ, ਲੰਮਾ ਪੈਂਡਾ ਪਿੱਛੋਂ ਤੈਅ ਕਰਕੇ ਆਏ ਸਨ, ਭੁੱਖ ਡਾਢੀ ਲੱਗੀ ਸੀ। ਤੋ ਸਿੰਘਾਂ ਨੇ ਉਹ ਜਿਹੜੀ ਡਾਢੀ ਭੁੱਖ ਸੀ ਪ੍ਰਸ਼ਾਦੇ ਦੇ ਨਾਲ ਨਿਵਾਰੀ। ਇਸਤਰੀ ਅਧਿਕ ਪਾਏ ਕਰ ਰੋਰਾ, ਉਹਨਾਂ ਇਸਤਰੀਆਂ ਨੇ ਕੀ ਕੀਤਾ, ਜਾਣ ਬੁੱਝ ਕੇ ਜਾਣ ਕੇ ਰੋਲਾ ਪਾ ਦਿੱਤਾ ਉੱਥੇ ਆਪਣੇ ਕਿਸਾਨਾਂ ਪਤੀਆਂ ਦੇ ਕੋਲ ਜਾ ਕੇ। ਗਈ ਪੁਕਾਰਤ ਪਤੀ ਜਿਸ ਠੋਰਾ, ਜਿੱਥੇ ਉਹਨਾਂ ਦੇ ਪਤੀ ਖੇਤਾਂ ਵਿੱਚ ਸਨ ਉੱਥੇ ਜਾ ਕੇ ਜਾਣ ਕੇ ਨਾ ਉਹਨਾਂ ਨੇ, ਹਾਲਾਂਕਿ ਸਿੰਘਾਂ ਨੇ ਇੰਨਾ ਹੀ ਕਿਹਾ ਵੀ ਦੇ ਦਿਓ ਪ੍ਰਸ਼ਾਦਾ ਸਾਨੂੰ, ਦੇ ਵੀ ਗਈਆਂ ਪ੍ਰਸ਼ਾਦਾ, ਮੁੜ ਕੇ ਜਾਣ ਬੁੱਝ ਕੇ ਰੌਲਾ ਪਾ ਦਿੱਤਾ ਖੇਤਾਂ ਵਿੱਚ। ਮਾਰਗ ਮੈਂ ਬੈਠੇ ਬਟ ਪਾਰ, ਕਹਿਣ ਲੱਗੀਆਂ ਜਾ ਕੇ ਆਪਣੇ ਪਤੀਆਂ ਨੂੰ ਵੀ ਰਾਹ 'ਚ ਠੱਗ ਬੈਠੇ ਨੇ ਸਿੰਘਾਂ ਨੂੰ, ਵੀ ਰਾਹ ਦੇ ਵਿੱਚ ਬਟਵਾਰ ਮਤਲਬ ਹੁੰਦਾ ਵੀ ਰਾਹ ਮਾਰ ਬੈਠੇ ਨੇ। ਹਮ ਤੇਲੀ ਨਸ ਚੀਨ ਆਹਾਰ, ਉਹਨਾਂ ਨੇ ਸਾਡੇ ਕੋਲੋਂ ਰੋਟੀ ਖੋਹ ਲਈ ਆ ਤੁਹਾਡੇ ਵਾਸਤੇ, ਵੀ ਪ੍ਰਸ਼ਾਦਾ ਹੀ ਹੈ, ਜੇ ਉਹਨਾਂ ਨੇ ਲੈ ਵੀ ਲਿਆ ਤੇ ਤੁਸੀਂ ਜਾ ਕੇ ਹੋਰ ਪਕਾ ਕੇ ਲੈ ਆਓ। ਪਰ ਉਹਨਾਂ ਨੇ ਜਾਣ ਬੁੱਝ ਕੇ ਖੋਟੀ ਨੀਅਤ ਦੇ ਨਾਲ ਆਪਣੇ ਪਤੀਆਂ ਦੇ ਗਰੂਰ ਵਿੱਚ ਸਿੰਘਾਂ ਨੂੰ ਰਾਹ ਮਾਰ ਤੱਕ ਵੀ ਕਿਹਾ। ਉੱਚੇ ਬਹੁ ਪੁਕਾਰ ਕਰ ਹਾਰੀ, ਤੇ ਪੁਕਾਰ ਕੀਤੀ ਉੱਚੀ ਆਵਾਜ਼ ਵਿੱਚ, ਨੈ ਮਾਨੇ ਕੁਛ ਨਿਰਭੈ ਸੋ ਪਾਰੀ। ਕਹਿੰਦੇ ਵੀ ਉਹ ਤਾਂ ਨਿਰਭੈ ਨੇ, ਉਹ ਨਿਡਰ ਨੇ, ਉਹ ਤਾਂ ਉੱਥੇ ਬਹਿ ਕੇ ਪਾਣੀ ਤੇ ਛਕ ਰਹੇ ਨੇ ਪ੍ਰਸ਼ਾਦਾ। ਰਾਹਕ 10 ਗ੍ਰਾਮ ਮੈਂ ਸਾਰੇ, ਉਹ ਜਿਹੜਾ ਛੋਟਾ ਜਿਹਾ ਪਿੰਡ ਸੀ, 10 ਜ਼ਿਮੀਂਦਾਰ ਉੱਥੇ ਰਹਿੰਦੇ ਸਨ। ਉਤੇ ਅਲਪਈ ਬਸਨੇ ਹਾਰੇ, ਥੋੜੇ ਹੀ ਸੀ ਉੱਥੇ ਵਸਣ ਵਾਲੇ। ਲੀਏ ਲਸ਼ਟਕਾਰ ਦੇ ਰਿਸਾਏ, ਉਹ ਡਾਂਗਾਂ ਲੈ ਕੇ ਨਾ ਬੜੇ ਗੁੱਸੇ ਵਿੱਚ ਵੀ ਅਸੀਂ ਜਾ ਕੇ ਉਹਨਾਂ ਨੂੰ ਮਾਰਾਂਗੇ। ਹਾਲਾਂਕਿ ਕਿੱਡੀ ਵੱਡੀ ਬਾਤ ਸੀ, ਪ੍ਰਸ਼ਾਦਾ ਲੈ ਕੇ ਛਕਿਆ ਸਿੰਘਾਂ ਨੇ, ਕੋਈ ਏਡਾ ਵੱਡੀ ਗੱਲ ਨਹੀਂ ਸੀ। ਉਹਨਾਂ ਨੂੰ ਕੋਈ ਮਾੜਾ ਸ਼ਬਦ ਨਹੀਂ ਕਿਹਾ ਇਸਤਰੀਆਂ ਨੂੰ, ਉਹਨਾਂ ਨੂੰ ਕੋਈ ਭੱਦੀ ਸ਼ਬਦਾਵਲੀ ਨਹੀਂ ਕਹੀ ਸਿੰਘਾਂ ਨੇ। ਇਹਨਾਂ ਨੇ ਜਾਣ ਬੁੱਝ ਕੇ ਇਸਤਰੀਆਂ ਨੇ ਉਹਨਾਂ ਆਪਣੇ ਪਤੀਆਂ ਦੇ ਕੰਨ ਭਰ ਕੇ ਉਹਨਾਂ ਨੂੰ ਤਿਆਰ ਕੀਤਾ। ਉਹ ਡਾਂਗਾ ਲੈ ਕੇ 10-15 ਜ਼ਿਮੀਂਦਾਰ ਜਿਹੜੇ ਸਨ ਉਹ ਸਿੰਘਾਂ ਵੱਲ ਆਏ। ਮਾਰਨ ਕਾਰਨ ਤੂਰਨ ਧਾਏ, ਮਾਰਨ ਵਾਸਤੇ ਵੀ ਅਸੀਂ ਉਹਨਾਂ ਨੂੰ ਮਾਰਾਂਗੇ, ਹੱਡ ਪੈਰ ਤੋੜਾਂਗੇ ਉਹਨਾਂ ਦੇ, ਏਦਾਂ ਗੁੱਸੇ ਵਿੱਚ ਆਏ ਚੱਲ ਕੇ। ਦੌਰ ਤੇ ਆਵਤ ਦੂਰੇ ਜੋਏ, ਸਿੰਘਾਂ ਨੇ ਦੂਰੋਂ ਹੀ ਵੇਖ ਲਏ ਵੀ ਦੌੜੇ ਆਉਂਦੇ, ਆ ਕੇ ਸਾਡੇ ਨਾਲ ਲੜਨਗੇ। ਸਾਵਧਾਨ ਆਗੇ ਸਿੱਖ ਹੋਏ, ਸਿੰਘ ਵੀ ਸ਼ਸਤਰ ਧਾਰੀ ਨੇ, ਅੱਗੋਂ ਫਿਰ ਉਹ ਵੀ ਤਿਆਰ ਬਰ ਤਿਆਰ ਹੋ ਗਏ, ਸਾਵਧਾਨ ਹੋ ਗਏ। ਮਿਲ ਕਰ ਤਿਨੋਂ ਪ੍ਰਾਰ ਚਲਾਏ, ਉਹਨਾਂ ਨੇ ਆ ਕੇ ਕੋਈ ਪੁੱਛ-ਗਿੱਛ ਨਹੀਂ ਕੀਤੀ, ਗੱਲਬਾਤ ਨਹੀਂ ਕੀਤੀ ਵੀ ਕੀ ਗੱਲ ਹੈ। ਆ ਕੇ ਸਿੰਘਾਂ ਦੇ ਕੋਲੋਂ ਵੀ ਤਾਂ ਪੱਖ ਪੁੱਛਦੇ। ਆ ਕੇ ਉਹਨਾਂ ਨੇ ਸਿੱਧਾ ਜਦੋਂ ਡਾਂਗਾ ਮਾਰਦੀਆਂ ਸ਼ੁਰੂ ਕੀਤੀਆਂ ਤੇ ਸਿੰਘਾਂ ਵੀ ਤਲਵਾਰਾਂ ਧੂ ਕੇ ਇਹਨਾਂ ਦੀਆਂ ਡਾਂਗਾ ਰੋਕੀਆਂ। ਮਾਰ ਮਾਰ ਕਰ ਚੌਂਦਿਸ਼ਿਆਏ, ਹੁਣ ਚਾਰੇ ਪਾਸਿਓਂ 15-20 ਜ਼ਿਮੀਂਦਾਰ ਸਿੰਘ, ਇਕੱਲੇ 5 ਤੇ 6ਵੇਂ ਬਾਬਾ ਬੰਦਾ ਸਿੰਘ ਜੀ, ਇਹਨਾਂ ਨੂੰ ਆ ਕੇ ਚਾਰੇ ਪਾਸਿਓਂ ਘੇਰਾ ਪਾ ਲਿਆ। ਲਸ਼ਟ ਪ੍ਰਹਾਰ ਸਹਾਰ ਸੰਭਾਰੇ, ਉਹ ਡਾਂਗਾਂ ਦੇ ਵਾਰ ਕਰਦੇ ਆ ਸਿੰਘਾਂ ਦੇ। ਹੁਣ ਸਿੰਘ ਪੈਂਤਰੇ ਜਾਣਦੇ, ਸ਼ਸਤਰਧਾਰੀ ਯੋਧੇ, ਉਹ ਇਹਨਾਂ ਦੀਆਂ ਡਾਂਗਾਂ ਦੇ ਵਾਰਾਂ ਨੂੰ ਰੋਕਦੇ ਨੇ। ਖੈਂਚ ਖੜਗ ਤਤ ਚਿੰਨ ਕੱਟ ਡਾਰੇ, ਸਿੰਘਾਂ ਨੇ ਫਿਰ ਵੇਖਿਆ ਵੀ ਇਹ ਨਹੀਂ ਬਾਦ ਆਉਂਦੇ। ਪਹਿਲਾਂ ਤਾਂ ਸਿੰਘਾਂ ਟਾਲਾ ਕੀਤਾ, ਉਹ ਬੰਦੇ ਬਣ ਜਾਓ, ਚਲੇ ਜਾਓ ਪਿੱਛੇ, ਨਹੀਂ ਹਟੇ। ਜਦੋਂ ਡਾਂਗਾ ਲੈ ਕੇ ਸਿੰਘਾਂ ਦੇ ਉੱਤੇ ਹੀ ਆਣ ਪਏ, ਵੇਖਿਆ ਵੀ ਹੁਣੇ ਮਾਰਨਗੇ,
ਫਿਰ ਸਿੰਘਾਂ ਨੂੰ ਮਜਬੂਰਨ ਫਿਰ ਤਲਵਾਰ ਚਲਾਣੀ ਪਈ। ਵਿੱਚੋਂ 5-7 ਜ਼ਿਮੀਂਦਾਰ ਫਿਰ ਜ਼ਖਮੀ ਕੀਤੇ। ਭਾਜਨ ਦਏ ਨ ਕਿਸੂ ਸਥਾਨ। ਫਿਰ ਹੁਣ ਭੱਜਣ ਲੱਗੇ ਤੇ ਸਿੰਘਾਂ ਨੇ ਅੱਗੋਂ ਰੋਕ ਲਿਆ ਵੀ ਠਹਿਰ ਜੋ, ਹੁਣ ਨਹੀਂ ਏਦਾਂ ਤੁਹਾਨੂੰ ਜਾਣ ਦਿੰਦੇ। ਤੁਸੀਂ ਵਾਅਦਾ ਕੀਤਾ ਤੇ ਹੁਣ ਤੁਹਾਡਾ ਇਹ ਵਾਅਦਾ ਮੋੜਾਂਗੇ। ਪਹੁੰਚ ਪਹੁੰਚ ਟਿਗ ਕੀ ਨਸਿਹਾਨ। ਕਹਿੰਦੇ ਜਾ ਜਾ ਕੇ ਕੋਲ ਉਹਨਾਂ ਨੂੰ ਸੋਧਾ ਲਾਇਆ। ਬੌਰ ਗ੍ਰਾਮ ਕੇ ਵਿੱਚ ਸਿਧਾਰੇ। ਫਿਰ ਸਿੰਘ ਪਿੰਡ ਦੇ ਵਿੱਚ ਵੀ ਚਲੇ ਗਏ ਜਿਨ੍ਹਾਂ ਨੇ ਇੰਨੀ ਵਧੀਕੀ ਕੀਤੀ। ਇਹ ਮਲੇਛ ਹੀ ਸੀ ਸਨ। ਮਲੇਛ ਬਿਰਤੀ ਖਾਲਸੇ ਨਾਲ ਵੈਰ ਰੱਖਣ ਵਾਲੇ, ਬਿਰਤੀ ਰੱਖਣ ਵਾਲੇ ਤਦੇ ਤੇ ਆਏ ਨੇ ਸਿੰਘਾਂ ਤੇ। ਹਾਲਾਂਕਿ ਸਿੰਘਾਂ ਬਾਰੇ ਪਤਾ ਵੀ ਸੀ ਇਹਨਾਂ ਨੂੰ, ਪਰ ਫਿਰ ਵੀ ਜਾਣ ਬੁੱਝ ਕੇ ਆਏ ਨੇ। ਇਹਦਾ ਮਤਲਬ ਇਹ ਸਿੰਘਾਂ ਨਾਲ ਵੈਰ ਰੱਖਣ ਵਾਲੇ ਸੀ। ਤੋਂ ਖਾਲਸੇ ਨੇ ਵੀ ਫਿਰ ਇਹਨਾਂ ਦੇ ਪਿੰਡ ਤੇ ਆਪਣਾ ਹੱਥ ਖੋਲਿਆ। ਛੀਨ ਲੀਨ ਸਭ ਵਸਤ ਸੰਭਾਰੇ। ਜੋ ਲੋੜ ਦੀਆਂ ਵਸਤੂਆਂ ਸੀ ਸਿੰਘਾਂ ਨੇ ਪਿੰਡੋਂ ਫਿਰ ਕਬਜ਼ੇ ਕਰ ਲਈਆਂ। ਲੰਗਰ ਪ੍ਰਸ਼ਾਦੇ ਵਾਸਤੇ ਰਸਤਾਂ ਬਸਤਾਂ ਜਾਂ ਭਾਂਡੇ ਬਰਤਨ ਚਾਹੀਦੇ ਫਿਰ ਉਹ ਵੀ ਕਬਜ਼ੇ ਕਰ ਲਏ। ਜਬੇ ਦੌਰ ਕਰ ਲੂਟ ਮਚਾਈ। ਜਦੋਂ ਇਸ ਤਰ੍ਹਾਂ ਖਾਲਸੇ ਨੇ ਆਪਣਾ ਹੱਥ ਵਿਖਾਇਆ, ਆਨ ਮਿਲੇ ਕੇਤਕ ਨਰ ਧਾਈ। ਫਿਰ ਕਈ ਉਹਨਾਂ ਇਲਾਕਿਆਂ ਵਿੱਚ ਧਾੜ ਵੀ ਫਿਰਦੇ ਹੁੰਦੇ। ਉਹਨਾਂ ਆਖਿਆ ਅਸੀਂ ਤੁਹਾਡੇ ਨਾਲ ਰਲ ਜਾਂਦੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ 3 ਪ੍ਰਕਾਰ ਦੀ ਫੌਜ ਸੀ। ਇੱਕ ਉਹ ਫੌਜ ਜਿਹੜੇ ਕੇਵਲ ਗੁਰੂ ਕਲਗੀਧਰ ਦਾ ਹੁਕਮ ਮੰਨ ਕੇ ਨਾਲ ਲੜ ਰਹੇ ਨੇ, ਦੂਜੇ ਤਨਖਾਹ ਤੇ ਰੱਖੇ ਹੋਏ ਸੀ, ਤੀਜੇ ਧਾੜਵੀ ਵੀ ਬਹੁਤ ਸਾਰੇ ਆ ਕੇ ਜਿਹੜੇ ਸਨ ਉਹ ਬਾਬਾ ਬੰਦਾ ਸਿੰਘ ਜੀ ਦੇ ਦਲ 'ਚ ਰਲ ਜਾਂਦੇ। ਬਾਬਾ ਜੀ ਉਹਨਾਂ ਨੂੰ ਇੰਨਾ ਕਹਿੰਦੇ ਸਨ ਵੀ ਜਿਹੜੀ ਲੁੱਟਮਾਰ ਆ ਉਹ ਤੁਹਾਡੀ ਹੋਵੇਗੀ। ਜਦੋਂ ਕਿਸੇ ਸਮਾਣੇ ਨੂੰ ਜਿਵੇਂ ਲੁੱਟਿਆ, ਸਰਹੰਦ ਦੇ ਉੱਤੇ ਹੱਥ ਖੋਲਿਆ ਜਾਂ ਹੋਰ ਕਪੂਰੀ ਆਦਿਕ ਸਢੋਰਾ, ਉਹਨਾਂ ਨੂੰ ਕਹਿ ਦਿੰਦੇ ਵੀ ਤੁਸੀਂ ਮਾਰਨਾ ਨਹੀਂ ਹੈ ਕਿਸੇ ਨੂੰ, ਕਿਸੇ ਬੱਚੇ ਨੂੰ ਜਾਂ ਕਿਸੇ ਬਜ਼ੁਰਗ ਨੂੰ, ਔਰਤ ਨੂੰ ਨਹੀਂ ਮਾਰਨਾ। ਜੋ ਤੁਹਾਨੂੰ ਚਾਹੀਦਾ ਲੁੱਟ ਮਾਰ ਕਰਕੇ ਲੈ ਜਾਓ। ਉਹ ਵੀ ਫਿਰ ਆ ਕੇ ਨਾਲ ਰਲ ਜਾਂਦੇ ਸੀ। ਇੱਥੇ ਕਹਿੰਦੇ ਕੁਝ ਕਿ ਜਿਹੜੇ ਧਾੜ ਵੀ ਸਨ ਉਹ ਆ ਕੇ ਨਾਲ ਰਲ ਗਏ। ਏਤ ਲੂਟ ਬੇ ਮਿਲ ਸਮੁਦਾਇਆ। ਏਦਾਂ ਉਹਨਾਂ ਆਖਿਆ ਵੀ ਸਾਡੀ ਵੀ ਮੌਜ ਬਣ ਗਈ। 100 ਦਿਨ ਤਿਸਈ ਗ੍ਰਾਮ ਬਿਤਾਇਆ। ਕਹਿੰਦੇ ਉਹ ਦਿਨ ਸਿੰਘਾਂ ਨੇ ਉਸੇ ਪਿੰਡ 'ਚ ਹੀ ਬਤੀਤ ਕੀਤਾ। ਨਿਸਮੈ ਮਤਾ ਕੀਨ ਮਿਲ ਸਾਰੇ। ਹੁਣ ਉਧਰੋਂ ਜਿਹੜੇ ਸਿੰਘਾਂ ਨੂੰ ਪਤਾ ਲੱਗਾ, ਸਿੰਘ ਵੀ ਹੌਲੇ ਹੌਲੇ ਪਹੁੰਚਣ ਲੱਗ ਪਏ। ਰਾਤ ਨੂੰ ਖਾਲਸੇ ਨੇ ਮਤਾ ਪਕਾਇਆ। ਅਬ ਨੇ ਬੈਠਨ ਬਨੇ ਸੁਖਾਰੇ। ਕਹਿੰਦੇ ਵੀ ਹੁਣ ਇੱਥੇ ਵਿਰੋਧ ਬਣ ਗਿਆ, ਇੱਥੇ ਹੁਣ ਸੁਖਾਲੇ ਬਹਿਣਾ ਨਹੀਂ ਬਣਨਾ। ਉਠੋ ਪ੍ਰਾਤ ਕੋ ਲੂਟ ਮਚਾਵੋ। ਵੀ ਕੱਲ ਸਵੇਰੇ ਹੁੰਦਿਆਂ ਤਿਆਰੀ ਕਰੋ ਤੇ ਆਪਣੇ ਜਿਹੜੇ ਕਾਰਜ ਨੂੰ ਆਏ ਆ ਉਹ ਕਰੀਏ। ਨਿਕਟ ਗ੍ਰਾਮ ਲਗੂ ਲਗੂ ਦਰਸਾਵੋ। ਨੇੜੇ ਨੇੜੇ ਛੋਟੇ ਛੋਟੇ ਪਿੰਡ ਨੇ, ਉਹਨਾਂ ਪਿੰਡਾਂ ਨੂੰ ਆਪਣੇ ਅਧੀਨ ਕਰਨ ਦਾ ਤਿਆਰੀ ਕਰੀਏ। ਉਹਨਾਂ ਨੂੰ ਕਹੀਏ ਕਿ ਭਾਈ ਜਿਹੜਾ ਮਾਮਲਾ ਅੱਜ ਤੋਂ ਬਾਅਦ ਸਰਕਾਰਾਂ ਨੂੰ ਨਹੀਂ ਤਾਰਨਾ, ਰਾਜ ਖਾਲਸੇ ਦਾ ਹੈ ਤੇ ਮਾਮਲਾ ਤੁਸੀਂ ਖਾਲਸੇ ਨੂੰ ਤਾਰਨਾ, ਪਰ ਅਸੀਂ ਤੁਹਾਡੇ ਕੋਲੋਂ ਮਾਮਲਾ ਉਦਾਂ ਨਹੀਂ ਲੈਣਾ ਜਿਵੇਂ ਉਹ ਜਰਵਾਣੇ ਬਣ ਕੇ ਲੈਂਦੇ ਆ। ਅਸੀਂ ਜਿੰਨਾ ਹੱਕ ਹੋਵੇਗਾ ਉਹ ਖਾਲਸੇ ਨੂੰ ਤੁਸੀਂ ਭੇਟ ਕਰਨਾ। ਤੁਹਾਡੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਇਹੋ ਜੇ ਢੰਗ ਨਾਲ ਵਿਉਂਤਬੰਦੀ ਕੀਤੀ। ਜੋ ਅਰ ਪਰੇ ਕਟਾ ਕਰ ਦੀਜੈ। ਕਹਿੰਦੇ ਜਿਹੜਾ ਅੜੀ ਕਰੇਗਾ, ਕਿਉਂਕਿ ਤੁਰਕਾਂ ਦੇ ਪਿੰਡ ਵੀ ਸੀ, ਮਲੇਛਾਂ ਦੇ ਵੀ ਪਿੰਡ ਸੀ ਇਲਾਕੇ 'ਚ। ਕਹਿੰਦੇ ਜਿਹੜਾ ਅੜੀ ਕਰੇਗਾ ਉਹਨੂੰ ਫਿਰ ਤਲਵਾਰ ਦਾ ਸਵਾਦ ਚਖਾਵਾਂਗੇ, ਉਹਨੂੰ ਕੱਟ ਦਿਆਂਗੇ। ਵਸਤ ਦਰਬ ਆਦਿਕ ਸਭ ਲੀਜੈ। ਔਰ ਉਹਦੀਆਂ ਵਸਤੂਆਂ ਦਰਬ ਆਦਿਕ ਸਭ ਕੁਝ ਲੈ ਲਵਾਂਗੇ। ਚਾਹੇ ਜੇ ਲੂਟਨ ਸੋ ਨਰ ਜਹ ਜਹ। ਕਹਿੰਦੇ ਜਿਹੜੇ ਧਾੜਵੀ ਸਨ ਉਹ ਵੀ ਆ ਗਏ। ਕਹਿੰਦੇ ਅਸੀਂ ਵੀ ਲੁੱਟਾਂਗੇ ਜੀ। ਜਿਹੜੇ ਜਰਵਾਣੇ ਹੋਣਗੇ, ਜਿਨ੍ਹਾਂ ਵੱਲ ਤੁਸੀਂ ਇਸ਼ਾਰਾ ਕਰੋਗੇ, ਉਹਨਾਂ ਨੂੰ ਅਸੀਂ ਲੁੱਟਾਂਗੇ। ਮਾਨਵ ਜਾਏ ਬੁਲਾਵੇ ਤਹਿ ਤਹਿ। ਕਹਿੰਦੇ ਬਹੁਤ ਸਾਰੇ ਧਾੜਵੀ ਵੀ ਇਕੱਠੇ ਹੋ ਗਏ। ਇਧਰੋਂ ਸਿੰਘ ਵੀ ਫੌਜ ਬਣਾਣੀ ਸੀ, ਫੌਜ ਇਕੱਠੀ ਕਰਨੀ ਸੀ। ਤੋਂ ਧਾੜਵੀ ਵੀ ਬਹੁਤ ਸਾਰੇ ਇਕੱਠੇ ਹੋ ਗਏ ਬਾਬਾ ਬੰਦਾ ਸਿੰਘ ਜੀ ਦੇ ਪਾਸ। ਇਧਰੋਂ ਸਿੰਘ ਵੀ ਆਣ ਪਹੁੰਚੇ। ਇਤਕ ਸਥਲ ਨਰ ਤਬੇ ਪਠਾਏ। ਏਦਾਂ ਸੁਨੇਹ ਭੇਜ ਦਿੱਤੇ ਚਾਰੇ ਪਾਸੇ। ਜਾਮਨ ਵਿੱਚ ਆਕਾਰ ਮਿਲਾਏ। ਕਹਿੰਦੇ ਏਦਾਂ ਰਾਤੋਂ ਰਾਤ ਹੀ ਬਹੁਤ ਸਾਰੀ ਗਿਣਤੀ ਦੇ ਵਿੱਚ ਫੌਜ ਇਕੱਠੀ ਕਰ ਲਈ। ਸਭ ਕੋ ਬੰਦੇ ਧੀਰਜ ਦੀਨ। ਜਦੋਂ ਸਾਰੇ ਇਕੱਠੇ ਕਰ ਲਏ ਤੇ ਸਭ ਨੂੰ ਬਾਬਾ ਬੰਦਾ ਸਿੰਘ ਜੀ ਨੇ ਧੀਰਜ ਦਿੱਤਾ ਕਿ ਭਾਈ ਜੰਗ ਦੇ ਮੈਦਾਨ ਦੇ ਵਿੱਚ ਸਭ ਤੋਂ ਪਹਿਲਾ ਗੁਣ ਲੜਨ ਵਾਸਤੇ ਧੀਰਜ ਦਾ ਚਾਹੀਦਾ ਹੈ।
ਇਸ ਕਰਕੇ ਸਭ ਨੇ ਆਪਣੇ ਹਿਰਦੇ 'ਚ ਧੀਰਜ ਤੇ ਠਰਮਾ ਰੱਖਣਾ ਹੈ। हतों के लूटो त्रास बहीन। ਔਰ ਜਦੋਂ ਲੜਨਾ ਜੰਗ ਦੇ ਮੈਦਾਨ ਵਿੱਚ ਡਰ ਤੋਂ ਵਿਹੂਣੇ ਹੋ ਕੇ, ਭੈ ਤੋਂ ਵਿਹੂਣੇ ਹੋ ਕਰਕੇ ਲੜਨਾ ਤੇ ਵੈਰੀ ਨੂੰ ਮਾਰਨਾ। मिले शत्रुगन में रखवारो। ਕਹਿੰਦੇ ਸ਼ਤਰੂਆਂ ਦੇ ਗਣ ਵਿੱਚ ਮੈਂ ਆਵਾਂਗਾ, ਤੁਹਾਡੀ ਰੱਖਿਆ ਕਰਾਂਗਾ, ਮੈਂ ਤੁਹਾਡੀ ਰੱਖਿਆ ਵਾਸਤੇ ਤੁਹਾਡੇ ਨਾਲ ਰਹਾਂਗਾ। खरे इकांकी पुंज संघारो। ਮੈਂ ਇਕੱਲਾ ਖਲੋਤਾ ਵੈਰੀਆਂ ਦੇ ਪੁੰਜਾਂ ਦੇ ਪੁੰਜ ਗਰਕ ਕਰਕੇ ਰੱਖਾਂਗਾ। मसलत एम कर रहे सुचेत। ਇਹ ਤਾਂ ਰਾਤ ਨੂੰ ਇਹਨਾਂ ਨੇ ਤਿਆਰੀ, ਪਤਾ ਸੀ ਵੀ ਕੱਲ ਦਿਨ ਚੜ੍ਹਦੇ ਆ ਦੁਸ਼ਮਣ ਆਉਣਗੇ ਚੜ੍ਹ ਕੇ, ਤੋ ਰਾਤੋਂ ਰਾਤ ਹੀ ਸਾਰੀ ਤਿਆਰੀ ਕਰਕੇ ਇਹਨਾਂ ਨੇ ਸਮਾਂ ਬਤੀਤ ਕੀਤਾ ਤੇ ਦਿਨ ਚੜਿਆ। जागृत पए करन रन खेत। ਅਗਲੇ ਦਿਨ ਜੰਗ ਕਰਨ ਵਾਸਤੇ ਤਿਆਰੀ ਕਰਕੇ ਰਣ ਭੂਮੀ ਚ ਆਏ। चार करी के अमृत वेले। 4 ਘੜੀਆਂ ਦਾ ਵੇਲਾ ਅੰਮ੍ਰਿਤ ਵੇਲੇ ਦਾ ਸਮਾਂ ਸੀ। सोच शनाने आयुध ले ले। ਸਾਰੇ ਜਿਹੜੇ ਸਿੰਘ ਸਨ ਮਹਾਰਾਜ ਜੀ ਦੇ, ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਦੇ ਸਮੇਤ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨਾ ਕਰਕੇ ਸ਼ਸਤਰ ਬਸਤਰ ਧਾਰਨ ਕੀਤੇ। ਅਲਪ ਗ੍ਰਾਮ ਨਰ ਸੁਪਤ ਨਿਸ਼ੰਕ। ਔਰ ਨੇੜੇ ਤੇੜੇ ਦੇ ਜਿਹੜੇ ਪਿੰਡ ਸਨ ਵੇਖਿਆ ਵੀ ਜਿਹੜੇ ਜਰਵਾਣੀ ਬਿਰਤ, ਜਿੱਥੇ ਜਿੱਥੇ ਵਧੀਕੀ ਸੁਣੀ ਕਿ ਫਲਾਣੇ ਪਿੰਡ ਦਾ ਫਲਾਣਾ ਚੌਧਰੀ ਵਧੀਕੀ ਕਰਦਾ ਹੈ, ਉਹਨਾਂ ਪਿੰਡਾਂ ਦੇ ਉੱਤੇ ਜਾ ਕੇ ਫਿਰ ਇਹਨਾਂ ਆਪਣੇ ਹੱਥ ਖੋਲੇ। ਓਚਕ ਪਰੇ ਜਾਏ ਇੱਕ ਅੰਕ। ਔਰ ਜਾ ਕੇ ਉਹਨਾਂ ਤੇ ਅਚਾਨਕ ਹੱਲਾ ਬੋਲ ਦਿੱਤਾ। ਤਰਾਸਤ ਲੈ ਨਿਜ ਪ੍ਰਾਨ ਪਲਾਏ। ਉਹ ਫਿਰ ਡਰਦੇ ਹੋਏ ਆਪਣੇ ਪ੍ਰਾਣ ਬਚਾ ਕੇ ਭੱਜੇ। ਸੋ ਬਚ ਰਹੇ ਅਰੇ ਸਭ ਘਾਏ। ਜਿਹੜੇ ਭੱਜ ਗਏ ਉਹ ਬਚ ਗਏ, ਜਿਹੜੇ ਅੜੇ ਖਾਲਸੇ ਦੇ ਅੱਗੇ ਉਹ ਮਾਰੇ ਗਏ। ਵਸਤ ਤਨ ਆਦ ਲੂਟ ਕਰ ਭਲੇ। ਔਰ ਇਹਨਾਂ ਦੀਆਂ ਵਸਤੂਆਂ ਖਜ਼ਾਨੇ ਜਿਹੜੇ ਨੇ ਉਹ ਖਾਲਸੇ ਦੇ ਕਬਜ਼ੇ ਆ ਗਏ। ਲੁਟੇਰੇ ਵੀ ਬੜੇ ਸਨ ਆ ਗਏ, ਉਹਨਾਂ ਵੀ ਬਹੁਤ ਵਸਤੂਆਂ ਲੁੱਟ ਲਈਆਂ। ਪਏ ਸਨਦ ਬਦ ਲਰਨ ਕੋ ਖਲੇ। ਔਰ ਸਨਦਬੱਧ ਹੋ ਗਏ ਲੜਨ ਵਾਸਤੇ। ਨਿਕਟ ਨਿਕਟ ਕੇ ਗ੍ਰਾਮ ਦੁਤੀਨ। ਇਹ ਤਾਂ ਨੇੜੇ ਤੇੜੇ ਦੇ 2-3 ਪਿੰਡ ਜਿਹੜੇ ਸਨ ਉਹ ਸਿੰਘਾਂ ਨੇ ਫਤਿਹ ਕੀਤੇ। ਲਏ ਲੂਟ ਤਨ ਵਸਤੂ ਪੀਨ। ਜਿਨ੍ਹਾਂ ਵਾਰ ਪਿੰਡਾਂ ਦੀ ਵਧੀਕੀ ਸੀ, ਜਿੱਥੇ ਕੋਈ ਜਰਵਾਣੀ ਬਿਰਤੀ ਵਾਲਾ ਸੀ, ਉਹਨਾਂ ਨੂੰ ਜਾ ਕੇ ਸੋਧਾ ਲਾਇਆ। ਅਸਰੋਰੇ ਕੋ ਹੀਰ ਲੁਟੇਰੇ। ਹੁਣ ਜਦੋਂ 2-4 ਦਿਨਾਂ ਵਿੱਚ ਏਦਾਂ ਰੌਲਾ ਜਾ ਪਿਆ ਤੇ ਬਹੁਤ ਸਾਰੇ ਲੁਟੇਰੇ ਆ ਕੇ ਉਹ ਵੀ ਪਿੰਡਾਂ ਵਿੱਚ ਲੁੱਟਣ ਲੱਗੇ। ਉਹ ਖਾਲਸੇ ਤੋਂ ਵੱਖਰੇ ਹੋ ਕੇ ਲੁਟੇਰਿਆਂ ਨੇ ਧਾੜਵੀਆਂ ਨੇ ਧਾੜਾਂ ਮਾਰਦੀਆਂ ਸ਼ੁਰੂ ਕਰ ਦਿੱਤੀਆਂ। ਸੁਨ ਸੁਨ ਆਨ ਮਿਲੇ ਚੋਂ ਫੇਰੇ। ਉਹਨਾਂ ਵਿੱਚੋਂ ਕਈ ਭੇਸ ਰੂਪ ਬਣਾ ਕੇ ਤੇ ਖਾਲਸੇ ਵਿੱਚ ਆ ਕੇ ਰਹਿਣ ਲੱਗ ਪਏ ਸਿੰਘਾਂ ਵਿਚਾਰਲੇ। ਸੰਧਿਆ ਤੀਕ 300 ਪਏ। ਕਹਿੰਦੇ ਸ਼ਾਮ ਤਾਈਂ 300 ਬੰਦੇ ਇਕੱਠੇ ਹੋ ਗਏ। ਕਿੱਥੇ ਰਾਤ 6 ਜਣੇ, ਅਗਲੇ ਦਿਨ ਤਾਈਂ 15-20 ਤੇ ਸ਼ਾਮ ਤਾਈਂ ਕਹਿੰਦੇ 300 ਜਣਾ ਇਕੱਠਾ ਹੋ ਗਿਆ। ਖਾਨ ਪਾਨ ਆਚੇ ਕਰ ਲਏ। ਸਭ ਨੂੰ ਖਾਨ ਪਾਨ ਚੰਗਾ ਲੰਗਰ ਪ੍ਰਸ਼ਾਦਾ ਛਕਣ ਨੂੰ ਮਿਲਿਆ। ਕਰੇ ਹਰਖ ਤਰ ਮਾਰ ਬਕਾਰਾ। ਔਰ ਬੜੀ ਖੁਸ਼ੀ ਨਾਲ ਆ ਕੇ ਮਿਲਦੇ ਮਾਰ ਬਕਾਰਾ ਕਰਦੇ ਨੇ। ਚੀਨੋ ਦੇਸ਼ਨ ਤੁਰਕ ਸੰਘਾਰਾ। ਬਾਬਾ ਜੀ ਕਹਿੰਦੇ ਸਾਰਾ ਦੇਸ਼ ਖੋਣਾ ਇਹਨਾਂ ਮਲੇਛਾਂ ਕੋਲੋਂ, ਇਹਨਾਂ ਮਲੇਛਾਂ ਦਾ ਸੰਘਾਰ ਕਰਨਾ ਹੈ। ਆਯੁਧ ਲੂਟ ਲੂਟ ਤਨ ਭਾਰੇ। ਸ਼ਸਤਰ ਖੋਣੇ ਨੇ ਇਹਨਾਂ ਦੇ ਕੋਲੋਂ, ਜਿੰਨੇ ਵੱਧ ਤੋਂ ਵੱਧ ਸ਼ਸਤਰ ਘੋੜੇ ਉਹ ਇਹਨਾਂ ਦੇ ਕੋਲੋਂ ਖੋਣੇ ਹਨ, ਜਿਹੜੀ ਸਾਨੂੰ ਜ਼ਿਆਦਾ ਲੋੜ ਹੈ। ਅਲਪ ਬੜੇਹਿਆ ਕਿਤਕ ਸੰਭਾਰੇ। ਕਹਿੰਦੇ ਛੋਟੇ ਵੱਡਿਆਂ ਨੂੰ ਜਿੰਨੇ ਸ਼ਸਤਰ ਲੁੱਟਦੇ ਆ, ਜੇ ਕੋਈ ਫੌਜ ਆਉਂਦੀ ਆ ਲੜਨ ਪਿੰਡਾਂ ਨਗਰਾਂ ਵਾਲੇ, ਉਹਨਾਂ ਕੋਲੋਂ ਸ਼ਸਤਰ ਖੋਹ ਲੈਂਦੇ ਆ ਸਿੰਘ, ਤੇ ਸ਼ਸਤਰ ਖੋਹ ਕੇ ਫਿਰ ਵੰਡ ਦਿੰਦੇ ਹਨ ਜਿਨ੍ਹਾਂ ਦੇ ਕੋਲ ਸ਼ਸਤਰ ਨਹੀਂ ਹਨ। 3 ਦਿਵਸ ਏਮ ਧੂਮ ਉਤਾਰੀ। ਇਦਾਂ ਤਕਰੀਬਨ 3-4 ਦਿਨ ਲਗਾਤਾਰ ਇਹ ਜੰਗ ਯੁੱਧ ਛੋਟੀਆਂ ਮੋਟੀਆਂ ਮੁੱਠ ਭੇੜਾਂ ਜਿਹੜੀਆਂ ਸਨ ਹੁੰਦੀਆਂ ਰਹੀਆਂ। ਪਰ ਉਹ ਦੇਸ਼ ਮੈਂ ਰੋਰਾ ਭਰੀ। ਇਧਰ ਸਾਰੇ ਇਲਾਕੇ 'ਚ ਕਪਾਲ ਮੋਚਨ ਦੇ ਨੇੜੇ ਤੇੜੇ ਮੁਸਤਫਾਬਾਦ ਤੱਕ ਕਹਿੰਦੇ ਬਹੁਤ ਜ਼ਿਆਦਾ ਸ਼ੌਰ ਮਚ ਗਿਆ, ਰੌਲਾ ਪੈ ਗਿਆ। ਔਰ ਗ੍ਰਾਮਨ ਮੈਂ ਨਰ ਸਾਵਧਾਨੇ। ਪਿੰਡਾਂ ਨਗਰਾਂ ਦੇ ਲੋਕ ਸਾਵਧਾਨ ਹੋ ਕੇ ਲੜਨ ਨੂੰ ਤਿਆਰ ਹੋ ਗਏ। ਗੈ ਗੈ ਸ਼ਸਤਰ ਖਰੇ ਡਰ ਮਾਨੇ। ਔਰ ਸ਼ਸਤਰ ਪਕੜ ਕੇ ਨਾਲੇ ਡਰਦੇ ਵੀ ਨੇ, ਲੜਨ ਨੂੰ ਤਿਆਰ ਵੀ ਹੋਏ। ਮੁਸਤਫਾਬਾਦ ਨਗਰ ਟਿਗ ਪਾਰਾ। ਨੇੜੇ ਹੀ ਇੱਕ ਮੁਸਤਫਾਬਾਦ ਨਾਮ ਦਾ ਪ੍ਰਸਿੱਧ ਨਗਰ ਹੈ। ਤਾਂ ਸਥਿਰ ਪਟ 2000। ਉੱਥੇ
ਤੇ ਤਕਰੀਬਨ 2000 ਪਠਾਨ ਰਹਿੰਦੇ ਸੀ ਇਸ ਨਗਰ ਵਿੱਚ। ਉਹਨਾਂ ਦਾ ਪ੍ਰਬੰਧ ਸੀ ਸਾਰੇ ਇਲਾਕੇ ਵਿੱਚ 2000 ਸਿਪਾਹੀ ਮੁਸਤਫਾਬਾਦ ਨਗਰ ਦੇ ਵਿੱਚ ਸ਼ਸਤਰਧਾਰੀ ਸੂਰਮੇ ਰਹਿੰਦੇ ਸਨ। ਮਰੇ ਲੁਟੇ ਜਿਨ ਕੇ ਨ ਗਏ, ਕਹਿੰਦੇ ਜਿਨ੍ਹਾਂ ਦੇ ਮਰੇ ਲੁਟੇ ਨਹੀਂ ਗਏ। ਉੱਚ ਪੁਕਾਰ ਪੁਕਾਰਤ ਪਏ, ਉਹਨਾਂ ਨੇ ਜਾ ਕੇ ਮੁਸਤਫਾਬਾਦ ਪੁਕਾਰ ਕੀਤੀ ਵੀ ਤੁਸੀਂ ਸਾਡੇ ਕੋਲੋਂ ਮਾਮਲਾ ਲੈਂਦੇ ਹੋ ਤੇ ਸਾਡੇ ਉੱਤੇ ਆ ਕੇ ਹੁਣ ਹੋਰ ਆ ਕੇ ਮਾਮਲਾ ਕਰਨ ਲੱਗ ਪਏ ਨੇ, ਸਾਡਾ ਨੁਕਸਾਨ ਹੋ ਰਿਹਾ ਹੈ, ਤੁਸੀਂ ਸਾਡੀ ਰਾਖੀ ਕਰੋ। ਉਹਨਾਂ ਕੋਲ ਜਾ ਕੇ ਮੁਸਤਫਾਬਾਦ ਇਹਨਾਂ ਨੇ ਪੁਕਾਰ ਕੀਤੀ ਇਲਾਕਾ ਨਿਵਾਸੀਆਂ ਨੇ, ਤੁਮ ਮਾਲਕ ਬੈਠੇ ਸੁਖ ਸੰਗ, ਤੁਸੀਂ ਸਾਡੇ ਮਾਲਕ ਹੋ ਤੇ ਸੁਖ ਦੇ ਨਾਲ ਬੈਠੇ ਹੋ ਤੇ ਤੁਹਾਡੀ ਪ੍ਰਜਾ ਦੁਖੀ ਹੋ ਰਹੀ ਹੈ। ਗ੍ਰਾਮ ਲੁਟੇ ਉਜਰੇ ਡਰ ਜੰਗ, ਸਾਡੇ ਪਿੰਡ ਉਜੜ ਰਹੇ ਨੇ, ਲੁੱਟੇ ਜਾ ਰਹੇ ਨੇ। ਸੁਨ ਬੂਝਿਓ ਅਸ ਆਇਓ ਕੌਣ, ਜਿਹੜਾ ਮੁਸਤਫਾਬਾਦ ਦਾ ਜਰਨੈਲ ਸੀ ਉਹ ਬੋਲਿਆ, ਕਹਿੰਦਾ ਵੀ ਐਸਾ ਕੌਣ ਆ ਗਿਆ ਜਿਹੜਾ ਮੇਰੇ ਇਲਾਕੇ ਦੇ ਵਿੱਚ ਆ ਕੇ ਤੁਹਾਡੇ ਨਗਰਾਂ ਤੇ ਲੁੱਟਮਾਰ ਕਰ ਰਿਹਾ ਹੈ। ਜਿਨ ਬਿਨ ਤਰਾਸ ਉਜਾਰੇ ਪੌਣ, ਜਿਸ ਨੇ ਮੇਰਾ ਡਰ ਮੰਨੇ ਬਿਨਾ ਤੁਹਾਡੇ ਘਰ ਉਜਾੜ ਦਿੱਤੇ ਨੇ, ਤੁਹਾਨੂੰ ਆ ਕੇ ਉਜਾੜ ਦਿੱਤਾ, ਉਹ ਐਸਾ ਕੌਣ ਹੈ ਜਿਹੜਾ ਆਇਆ ਹੈ। ਕਹੇ ਸੋ ਕੁਛ ਨ ਜਾਣਿਓ ਜਾਈ, ਉਹ ਕਹਿੰਦੇ ਸਾਨੂੰ ਕੀ ਪਤਾ ਕੌਣ ਹੈ, ਸਾਨੂੰ ਨਹੀਂ ਇਹਦੇ ਬਾਰੇ ਜਾਣਕਾਰੀ ਵੀ ਉਹ ਕੌਣ ਹੈ ਤੇ ਕਿੱਥੋਂ ਆਇਆ ਹੈ। ਦਿਨ ਪ੍ਰਤ ਹੋਤ ਜਾਤ ਸਮੁਦਾਈ, ਪਹਿਲੇ ਦਿਨ 6 ਜਣੇ ਸੀ, ਅਗਲੇ ਦਿਨ ਸ਼ਾਮ ਤਾਈਂ 300 ਜਣਾ ਇਕੱਠਾ ਹੋ ਗਿਆ, ਅਗਲੇ ਦਿਨ 600 ਤਾਂ ਵੇਖਦਿਆਂ ਏਦਾਂ ਵੱਧ ਰਹੇ ਨੇ ਮਾਨੋ ਜਿਵੇਂ ਕੋਈ ਸੁੰਮੇਵਾਣੀ ਨਦੀ ਹੁੰਦੀ ਆ ਤੋਂ ਭਰਦੀ ਚਲੀ ਜਾਂਦੀ ਹੈ, ਵੀ ਉਹ ਤਾਂ ਵੱਧਦੇ ਚਲੇ ਜਾ ਰਹੇ ਨੇ, ਪਤਾ ਨਹੀਂ ਕੌਣ ਨੇ ਤੇ ਕਿੱਥੋਂ ਆਏ ਨੇ। ਤਹਾਂ ਤੁਰਕ ਪਤੀ ਹੋਏ ਸਤਿਆਰ, ਜਿਹੜਾ ਮੁਸਤਫਾਬਾਦ ਦਾ ਜਰਨੈਲ ਸੀ ਉਹਨੇ ਜਦੋਂ ਵੇਖਿਆ ਵੀ ਇਹ ਤਾਂ ਗਲਤ ਬਾਤ ਹੈ, ਉਹਨੇ ਤਿਆਰੀ ਕੀਤੀ ਆਪਣੇ ਨਾਲ ਜਿਹੜੇ ਉਹਦੇ 2000 ਜਰਨੈਲ ਸੀ ਫੌਜਾਂ ਦੇ, ਉਹਨਾਂ ਨੂੰ ਆਪਣੇ ਨਾਲ ਤਿਆਰ ਕੀਤਾ। ਜ਼ੀਨ ਤੁਰੰਗਨ ਤੂਰਨ ਡਾਰ, ਬੜੀ ਛੇਤੀ ਨਾਲ ਘੋੜਿਆਂ ਤੇ ਕਾਠੀਆਂ ਪਾਈਆਂ, ਮੁਆਇਨਾ ਕੀਤਾ ਸਾਰੀ ਫੌਜ ਦਾ, ਕੱਲੇ ਕੱਲੇ ਨੂੰ ਹਥਿਆਰ ਵੰਡੇ, ਕੱਲੇ ਕੱਲੇ ਨੂੰ ਬਾਰੂਦ ਸਿੱਕਾ ਗੋਲੀ ਵਰਤਾਇਆ। 2000 ਚੜ ਕਰ ਅਸਵਾਰ, ਏਦਾਂ 2000 ਘੋੜ ਸਵਾਰ ਜਿਹੜੇ 7-7 ਫੁੱਟੇ ਜਰਨੈਲ ਸਾਨੇ ਦੇ ਪਠਾਨ, ਉਹਨਾਂ ਨੂੰ ਨਾਲ ਲੈ ਕੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਚੜ ਕੇ ਆਇਆ। ਦੋਏ ਤੋਪਲੇ ਸੰਗ ਜੁਝਾਰ, ਇਹਨੇ ਆਪਣੇ ਨਾਲ ਬਕਾਇਦਾ 2 ਤੋਪਾਂ ਵੀ ਲਈਆਂ ਨੇ, ਬੜੇ ਜੁਝਾਰੂ ਸੂਰਮੇ ਲਏ ਨੇ, ਤੋਪਾਂ ਨੂੰ ਚਲਾਉਣ ਵਾਲੇ ਚੰਗੇ ਤੋਪਚੀ ਲਏ ਨੇ। ਲੂਟ ਕੂਟ ਜੈ ਕੀਨਸ ਡੇਰਾ, ਬਾਬਾ ਬੰਦਾ ਸਿੰਘ ਜੀ ਇਸੇ ਇਲਾਕੇ ਵਿੱਚ ਵਿਚਰਦੇ ਜਿੱਥੇ ਡੇਰਾ ਉਹਨਾਂ ਕੀਤਾ ਹੋਇਆ ਸੀ। ਸੁਨ ਤਿਤ ਗਮਨਿਓ ਕ੍ਰੋਧ ਬਡੇਰਾ, ਇਹਨੇ ਖਬਰ ਲਈ ਵੀ ਹੈ ਕਿੱਥੇ ਆ ਇਸ ਵੇਲੇ, ਪੂਰੀ ਪੜਤਾਲ ਕਰਕੇ ਆਪਣੇ 2000 ਘੋੜ ਸਵਾਰਾਂ ਨੂੰ, ਤੋਪਾਂ ਨੂੰ, ਜ਼ਖੀਰੇ ਨੂੰ ਲੈ ਕੇ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਤੇ ਹਮਲਾਵਰ ਹੋ ਕੇ ਉਸੇ ਪਾਸੇ ਆਇਆ। ਸਨੇ ਸਨੇ ਗਮਨਿਓ ਕੁਛ ਡਰ ਕੇ, ਨਾਲੇ ਡਰਦਾ ਵੀ ਆ ਮਨ ਚ, ਹਾਲਾਂਕਿ 2000 ਜਰਨੈਲ ਨੇ, ਨਾਲੇ ਡਰਦਾ ਵੀ ਆ ਮਨ ਚ, ਪਤਾ ਨਹੀਂ ਕਿਹੜੀ ਬਲਾ ਹੋਵੇ। ਸੋਚਦਾ ਵੀ ਜਿਹੜੇ ਪਹਿਲੇ ਦਿਨ 6, ਅਗਲੇ ਦਿਨ ਸ਼ਾਮ ਤਾਈਂ 300 ਹੋ ਗਏ, ਉਸ ਤੋਂ ਅਗਲੇ ਦਿਨ 600 ਤੇ ਤੀਜੇ ਦਿਨ 900 ਬੰਦਾ ਕਹਿੰਦੇ ਇਕੱਠਾ ਹੋ ਗਿਆ, ਵੀ ਉਹ ਚੀਜ਼ ਕੀ ਹੋਵੇਗੀ, ਸੋਚਦਾ ਜਾਂਦਾ ਮਨ ਚ, ਨਾਲੇ ਡਰਦਾ ਵੀ ਆ, ਨਾਲੇ ਲੜਨ ਵਾਸਤੇ ਜਾ ਰਿਹਾ ਹੈ। ਪਹੁੰਚਿਓ ਆਨ ਤਾਂ ਚੱਲ ਕਰਕੇ, ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਡੇਰਾ ਸੀ ਉਸ ਜਗ੍ਹਾ ਤੇ ਚੱਲ ਕੇ ਪਹੁੰਚਿਆ। ਦੇਖ ਦੂਰ ਤੇ ਤੋਪ ਚਲਾਈ, ਇਹਨੇ ਦੂਰੋਂ ਪਹਿਲਾਂ ਡੇਰਾ ਵੇਖ ਕੇ ਬਾਬਾ ਜੀ ਹੋਣਾ ਦਾ ਤੋਪ ਦੇ ਗੋਲੇ ਦਾਗੇ ਤੋਪ ਚਲਾਈ। ਗਨ ਦੁੰਦਪ ਦਲ ਵਿਖੇ ਬਜਾਈ, ਔਰ ਆਪਣੇ ਨਗਾਰੇ ਵਜਾਏ, ਸਾਰੇ ਦਲ ਵਿੱਚ ਨਗਾਰਿਆਂ ਦੇ ਉੱਤੇ ਚੋਭਾਂ ਮਾਰ ਕੇ ਸੂਰਮਿਆਂ ਨੂੰ ਤਸ਼ਾਹਤ ਕੀਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਜਿਵੇਂ ਇਹਨਾਂ ਦਾ ਮੁਕਾਬਲਾ ਕਰ ਰਹੇ ਨੇ। ਬਹੁਤੇ ਸਿੰਘ ਨਹੀਂ ਸਨ, ਸਿੰਘ ਕੇਵਲ ਮੁੱਠੀ ਭਰ ਗਿਣਤੀ ਦੇ ਸੀ। ਜ਼ਿਆਦਾ ਗਿਣਤੀ ਬਾਬਾ ਜੀ ਦੇ ਨਾਲ ਇੱਥੇ ਜਿਹੜੇ ਇਲਾਕੇ ਦੇ ਧਾੜਵੀ ਵਗੈਰਾ ਸੀ ਉਹ ਆ ਕੇ ਰਲੇ ਹੋਏ ਸੀ। ਜਰਨੈਲੀ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਦੀ, ਕਿ ਜਿਹੜੇ ਉਹ ਧਾੜਵੀ ਕੰਮ ਦਿਲ ਜੇ ਲੋਕ ਹੁੰਦੇ, ਡਰਪੋਕ ਜੇ, ਉਹਨਾਂ ਕੋਲੋਂ ਵੀ ਉਹਨਾਂ 'ਚ ਬੀਰ ਰਸ ਭਰ ਕੇ
ਸਮੇਂ ਦੇ 2000 ਪਠਾਣਾਂ ਦੇ ਨਾਲ ਲੜਨ ਨੂੰ ਤਿਆਰ ਕਰ ਰਹੇ ਨੇ। ਤਦੇ ਮਹਾਰਾਜ ਜੀ ਨੇ ਚੋਣ ਕਰਕੇ ਤੇਜ ਦੇ ਕੇ ਬਾਬਾ ਜੀ ਨੂੰ ਭੇਜਿਆ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ, ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਖਾਲਸੇ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਏ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾ ਕੋਈ ਐ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।